गुड इवनिंग स्टूडेंट्स। हाँ जी कोमल मैम, गुड इवनिंग। जल्दी आ जाओ स्टूडेंट्स, जो रह गए है ਤਾਂ ਜੋ ਆਪਾਂ ਆਪਦੀ ਕਲਾਸ ਸਟਾਰਟ ਕਰ ਸਕੀਏ। स्टूडेंट ਅੱਜ ਆਪਾਂ ਪੜਾਂਗੇ ਫਾਰਮਸ ਆਫ ਰਿਟਸ ਐਂਡ ਪਾਰਟਸ ਆਫ ਦ ਇੰਡੀਅਨ ਕਨਸਟੀਟਿਊਸ਼ਨ। ਠੀਕ ਹੈ, ਰਿਟਸ ਦੇ ਵਿੱਚ ਕਈ ਸਟੂਡੈਂਟਸ ਦਾ ਬਹੁਤ ਡਾਊਟ ਹੁੰਦਾ, ਕਈਆਂ ਨੂੰ ਬਹੁਤ ਡਰ ਲੱਗਦਾ ਵੀ ਸਮਝ ਨਹੀਂ ਆਉਂਦੀ ਵੀ ਹੈ ਕੀ ਚੀਜ਼ ਹੈ ਕੀ ਨਹੀਂ। ਠੀਕ ਹੈ, ਅੱਜ ਆਪਾਂ ਬਹੁਤ ਹੀ ਈਜ਼ੀ ਵੇ ਨਾਲ ਕਰਾਂਗੇ ਵੀ ਰਿਟਸ ਹੁੰਦੀਆਂ ਕੀ ਨੇ। ਹੈ ਕੁਛ ਨਹੀਂ, ਸਿਰਫ 5 ਤਰ੍ਹਾਂ ਦੀ ਰਿਟਸ ਹੈਗੀਆਂ ਨੇ, ਬਸ ਉਹਦੇ ਬਾਰੇ ਆਪਾਂ ਸਮਝਣਾ ਵੀ ਕਹਿਣਾ ਕੀ, ਬਸ ਤੁਸੀਂ ਮੇਨ ਪੁਆਇੰਟ ਸਮਝਣਾ, ਹੋਰ ਕੁਛ ਨਹੀਂ ਹੈਗਾ। ਕੁਐਸਚਨ ਤੁਹਾਨੂੰ ਜੇ ਕਿੱਥੇ ਆਂਦਾ ਹੈ ਪੇਪਰ ਦੇ ਵਿੱਚ ਤਾਂ ਤੁਸੀਂ ਆਰਾਮ ਨਾਲ ਟਿਕ ਕਰ ਸਕਦੇ ਹੋ। हाँ जी स्टूडेंट्स, फस्ट हैगी है सब तो पहला हैबियस कॉर्पस। इहदा मीनिंग हैगा टू हैव द बॉडी। मतलब की है ਇਹਦੇ ਵਿੱਚ ਉਹ ਕਹਿਣਾ ਚਾਹੁੰਦਾ ਹੈ ਮੰਨ ਲਓ ਵੀ ਕੋਈ ਵਿਅਕਤੀ ਹੈ, ਜਿਵੇਂ ਫੋਰ ਐਗਜ਼ਾਮਪਲ ਲਾ ਲਓ ਮੈਂ ਹੀ ਹਾਂ। ਠੀਕ ਹੈ, ਮੈਨੂੰ ਕੋਈ ਬੰਦੀ ਬਣਾ ਲੈਂਦਾ। ਠੀਕ ਹੈ, ਮੈਨੂੰ ਨਹੀਂ ਪਤਾ ਕਿਸ ਵੇ ਨਾਲ ਮੈਨੂੰ ਬੰਦੀ ਬਣਾਇਆ, ਕੀ ਵਜ੍ਹਾ ਹੈ ਕੀ ਨਹੀਂ। ਠੀਕ ਹੈ, ਇਹਦੇ ਕਰਕੇ ਕੀ ਹੋਏਗਾ, ਮੈਨੂੰ ਨਾ ਇੱਕ ਗੱਲ ਡਾਊਟ ਆਏਗਾ ਵੀ ਕੀ ਵਜ੍ਹਾ ਨਾਲ ਕਿਤੇ, ਤਾਂ ਨਾ ਮੈਂ ਆਪਦੇ ਹਾਫ ਤੇ ਜਾਂ ਮੇਰਾ ਕੋਈ ਵਕੀਲ ਹੈ ਉਹ ਕੇਸ ਲਗਾ ਸਕਦਾ ਹੈ। ਉਹ ਕੇਸ ਲਗਾਏਗਾ ਤਾਂ ਜਿਹੜੀ ਉੱਥੇ ਹਾਈ ਕੋਰਟ ਹੋਏਗੀ, ਜੇ ਸੁਪਰੀਮ ਕੋਰਟ 'ਚ ਕੇਸ ਲੱਗੇਗਾ ਨਾ, ਜਾਂ ਉਹ ਕਹਿਣਗੇ ਵੀ ਹਾਂਜੀ ਬੰਦੇ ਨੂੰ ਕਿਉਂ ਗ੍ਰਿਫਤਾਰ ਕੀਤਾ ਹੈ, ਤਾਂ ਉਹ ਕਹਿਣਗੇ ਟੂ ਹੈਵ ਦਾ ਬੋਡੀ, ਮਤਲਬ ਕਿ ਬੋਡੀ ਨੂੰ ਦਿਖਾਓ, ਮਤਲਬ ਬੋਡੀ ਨੂੰ ਪ੍ਰਸਤੁਤ ਕਰੋ, ਆਪਦੇ ਅੱਗੇ ਲੈ ਕੇ ਆਓ ਵੀ ਹਾਂਜੀ ਕਿੱਥੇ ਹੈਗਾ ਉਹ ਬੰਦਾ। ਟੂ ਬ੍ਰਿੰਗ ਦਾ ਬੋਡੀ ਦਾ ਵੀ ਮੀਨਿੰਗ ਇੱਕੋ ਹੈ ਤੇ ਟੂ ਹੈਵ ਦਾ ਬੋਡੀ ਦਾ ਵੀ ਮੀਨਿੰਗ ਇੱਕੋ ਹੀ ਹੈ। ਮਤਲਬ ਕੀ ਹੈਗਾ, ਉਹ ਇਨਸਾਨ ਜਿਹਨੂੰ ਤੁਸੀਂ ਕੈਦੀ ਬਣਾਇਆ ਉਹਨੂੰ ਲੈ ਕੇ ਆਓ, ਕਿੱਥੇ ਲੈ ਕੇ ਆਓ, ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਉਹ ਬੁਲਾ ਸਕਦੇ ਆ। ਸਿਰਫ ਇੰਨੀ ਗੱਲ ਯਾਦ ਰੱਖਣੀ, ਲੈਟਸ ਟੂ ਹੈਵ ਦਾ ਬੋਡੀ ਟੂ ਬ੍ਰਿੰਗ ਦਾ ਬੋਡੀ, ਬਸ ਜਿੱਥੇ ਇੰਨੀ ਕੁ ਗੱਲ ਆ ਜਾਵੇ ਮਤਲਬ ਕੀ ਹੈ ਉਹ ਹੈਬੀਅਸ ਕਾਰਪਸ। ਸਿੰਦਾ ਬਿਲਕੁਲ ਤੇ ਬਿਲਕੁਲ ਸਿੱਧਾ ਫੰਡਾ ਜਿਹਾ ਹੈਗਾ ਇੱਕੋ, ਜਦੋਂ ਤੁਹਾਨੂੰ ਲੱਗੇ ਤੁਹਾਨੂੰ ਬਹੁਤ ਗਲਤ ਵੇ ਨਾਲ, ਤੁਹਾਨੂੰ ਪਤਾ ਨਹੀਂ ਕਿਸ ਵੇ ਰੂਪ ਦੇ ਵਿੱਚ ਤੁਹਾਨੂੰ ਬੰਦੀ ਬਣਾਇਆ, ਕਿਉਂ ਬਣਾਇਆ, ਉਦੋਂ ਆਪਾਂ ਇਹ ਕੇਸ ਲਗਾ ਸਕਦੇ ਹਾਂ। ਕੇਸ ਕੀ ਹੈ, ਆਪਾਂ ਲਗਾ ਸਕਦੇ ਹਾਂ ਜਾਂ ਆਪਣਾ ਕੋਈ ਪਰਸਨ ਦੂਸਰਾ, ਜਿਵੇਂ ਤੁਹਾਡਾ ਕੋਈ ਕਜ਼ਨ ਹੋ ਗਿਆ ਜਾਂ ਤੁਸੀਂ ਕਜ਼ਨ ਦੇ ਥਰੂ ਕਿਸੇ ਵਕੀਲ ਦੇ ਥਰੂ ਹੋ ਗਿਆ, ਇਹ ਕੇਸ ਆਪਾਂ ਲਗਾਉਂਦੇ ਹਾਂ। ਤਾਂ ਕੀ ਹੈਗਾ, ਚਲੀ ਆਪਣੇ ਕੋਰਟ ਦੇ ਵਿੱਚ ਕੇਸ ਜਾਂਦਾ ਨਾ, ਫਿਰ ਕੋਰਟ ਕਹਿੰਦੀ ਪੁਲਿਸ ਵਾਲਿਆਂ ਨੂੰ ਹਾਂਜੀ ਦੱਸੋ ਵੀ ਤੁਸੀਂ ਇਹ ਬੰਦਾ ਕਿਉਂ ਗ੍ਰਿਫਤਾਰ ਕੀਤਾ, ਵਜ੍ਹਾ ਦੱਸੋ। ਠੀਕ ਹੈ, ਫਿਰ ਉਹ ਕਹਿਣਗੇ ਵੀ ਹਾਂਜੀ ਬੰਦਾ ਸਾਡੇ ਸਾਹਮਣੇ ਪੇਸ਼ ਕਰੋ। ਤਾਂ ਜਦੋਂ ਕਹਿਣਗੇ ਨਾ ਪੇਸ਼ ਕਰੋ, ਤਾਂ ਉਹਦਾ ਮਤਲਬ ਹੈ ਟੂ ਹੈਵ ਦਾ ਬੋਡੀ ਟੂ ਬ੍ਰਿੰਗ ਦਾ ਬੋਡੀ। ਸਟੂਡੈਂਟ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਨਾ ਦੱਸੀ ਜਾਏ ਜੇ ਸਮਝ ਲੱਗ ਰਹੀ ਹੈ ਨਾ, ਜੇ ਕਿੱਥੇ ਡਾਊਟ ਆ ਰਿਹਾ ਤਾਂ ਨਾਲ ਦੀ ਨਾਲ ਕਮੈਂਟ ਜ਼ਰੂਰ ਕਰਨਾ ਹੈ ਵੀ ਸਰ ਸਾਨੂੰ ਇਹ ਸਮਝ ਨਹੀਂ ਆਈ। ਫਿਰ ਮੈਂ ਇੱਕ ਵਾਰ ਦੁਬਾਰਾ ਤੋਂ ਰਿਪੀਟ ਕਰ ਦੇਣਾ, ਹੈਬੀਅਸ ਕਾਰਪਸ ਦਾ ਮਤਲਬ ਹੈ ਟੂ ਹੈਵ ਦਾ ਬੋਡੀ ਟੂ ਬ੍ਰਿੰਗ ਦਾ ਬੋਡੀ। ਮਤਲਬ ਕੀ ਹੈ, ਜਦੋਂ ਕਿਸੇ ਪਰਸਨ ਨੂੰ ਗਲਤ ਤਰੀਕੇ ਨਾਲ ਬੰਦੀ ਬਣਾ ਲੈਂਦੀ ਹੈ ਪੁਲਿਸ, ਜੇ ਆਪਾਂ ਨੂੰ ਰੀਜ਼ਨ ਨਹੀਂ ਪਤਾ ਲੱਗਦਾ, ਅਚਾਨਕ ਆਪਣੇ ਘਰੇ ਕੋਈ ਪੁਲਿਸ ਆ ਜਾਂਦੀ, ਠੀਕ ਹੈ, ਆਪਾਂ ਨੂੰ ਬੰਦੀ ਬਣਾ ਕੇ ਲੈ ਜਾਂਦੀ ਹੈ, ਤਾਂ ਕੀ ਹੁੰਦਾ ਹੈ ਵੀ ਆਪਾਂ ਕੇਸ ਲਗਾ ਸਕਦੇ। ਜੇ ਆਪਣਾ ਕੋਈ ਬੰਦਾ ਹੈਗਾ ਉਹ ਕੇਸ ਲਗਾਏਗਾ ਕੋਰਟ ਦੇ ਵਿੱਚ, ਤਾਂ ਕੋਰਟ ਵਾਲੇ ਜੱਜ ਸਾਹਿਬ ਕਹਿਣਗੇ ਪੁਲਿਸ ਵਾਲਿਆਂ ਨੂੰ ਵੀ ਹਾਂਜੀ ਦੱਸੋ ਕਿਉਂ ਤੁਸੀਂ ਇਹਨੂੰ ਬੰਦੀ ਬਣਾਇਆ, ਵਜ੍ਹਾ ਕੀ ਹੈਗੀ ਹੈ। ਠੀਕ ਹੈ, ਤਾਂ ਉਹ ਕੋਰਟ ਵਾਲੇ ਬੰਦੇ ਕਹਿਣਗੇ ਜਿਹੜਾ ਜੱਜ ਬੈਠਾ ਹੈਗਾ ਟੂ ਹੈਵ ਦਾ ਬੋਡੀ, ਬੋਡੀ ਸਾਨੂੰ ਬੰਦਾ ਪੇਸ਼ ਕਰੋ ਸਾਡੇ ਅੱਗੇ ਪਹਿਲਾਂ। ਨੈਕਸਟ ਗੱਲ ਕਰਨੇ ਆ ਮੈਂਡਮਸ। ਮੈਂਡਮਸ ਦਾ ਮਤਲਬ ਕੀ ਹੈ, ਕਮਾਂਡ, ਕਿਸੇ ਨੂੰ ਆਦੇਸ਼ ਦੇਣਾ ਜਾਂ ਡੂ ਯੂਰ ਜੋਬ, ਕੁਛ ਵੀ ਕਰ ਸਕਦੇ ਆ। ਕਮਾਂਡ ਦੇਣੀ ਮਤਲਬ ਆਦੇਸ਼ ਦੇਣਾ। ਇਹਦੇ ਵਿੱਚ ਕੀ ਹੈਗਾ ਵੀ ਜਿਹੜੀ ਹੈਗੀ ਨਾ ਸੁਪਰੀਮ ਕੋਰਟ ਹੋ ਗਈ, ਮੰਨ ਲਓ ਕੋਰਟ ਹੈ, ਇੱਕ ਤਾਂ ਹੁੰਦੀ ਹੈ ਜ਼ਿਲ੍ਹਾ ਕੋਰਟ ਹੋ ਗਈ, ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਆਉਂਦੀ, ਇੱਕ ਆਪਣੀ ਨੋਰਮਲ ਸਟੇਟ ਹੁੰਦੀ ਹੈ, ਇੱਕ ਸ਼ਹਿਰ ਦੇ ਵਿੱਚ, ਜਿਵੇਂ ਆਪਣੇ ਲਾ ਲਓ ਤੁਸੀਂ ਜਿਹੜੀ ਸਿੰਪਲ ਸਟੇਟ, ਇੱਕ ਤਾਂ ਜ਼ਿਲ੍ਹੇ ਤੇ ਸਟੇਟ ਹੁੰਦੀ, ਸੈਸ਼ਨ ਕੋਰਟ ਹੋ ਗਿਆ, ਉਸ ਤੋਂ ਇੱਕ ਨੀਚੇ ਆਮ ਸ਼ਹਿਰ ਦੇ ਵਿੱਚ ਤਹਿਸੀਲ ਦੇ ਵਿੱਚ ਕੋਰਟ ਹੁੰਦੀ ਹੈ, ਫਿਰ ਉਸ ਤੋਂ ਉੱਤੇ ਆਉਂਦੀ ਇੱਕ ਹਾਈ ਕੋਰਟ, ਹਾਈ ਕੋਰਟ ਦੇ ਉੱਤੇ ਆਉਂਦੀ ਸੁਪਰੀਮ ਕੋਰਟ। ਮੰਨ ਲਓ ਕੋਈ ਜਿਵੇਂ ਆਪਣੇ ਕੀ ਕਹਿੰਦੇ ਕੋਈ ਕੇਸ ਲੱਗਿਆ ਹੋਇਆ, ਠੀਕ ਹੈ, ਕੇਸ ਲੱਗਿਆ ਹੋਇਆ, ਕੇਸ ਦੇ ਵਿੱਚ ਕੀ ਹੋ ਰਿਹਾ ਵੀ ਸਰਕਾਰ ਨੂੰ ਲੱਗ ਰਿਹਾ ਜਾਂ ਹਾਈ ਕੋਰਟ ਨੂੰ ਲੱਗ ਰਿਹਾ, ਸਿੰਪਲ ਵੀ ਕਹਿ ਸਕਦੇ ਹਾਂ ਵੀ ਕਿਸੇ ਪਰਸਨ ਨੂੰ ਲੱਗ ਰਿਹਾ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਹਾਈ ਕੋਰਟ ਨੂੰ ਲੱਗ ਰਿਹਾ ਜਿਹੜਾ ਸੈਸ਼ਨ ਕੋਰਟ ਹੈ ਉਹਦੇ ਵਿੱਚ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ,
ਤਾਂ ਹਾਈ ਕੋਰਟ ਵਾਲੇ ਕੀ ਕਹਿਣਗੇ, ਜ਼ਿਲ੍ਹਾ ਅਦਾਲਤ ਨੂੰ ਕਹਿਣਗੇ ਤੂੰ ਆਪਦਾ ਕੰਮ ਸਹੀ ਤਰੀਕੇ ਨਾਲ ਕਰ, ਉਹਨੂੰ ਕਮਾਂਡ ਦੇਣਗੇ ਵੀ ਹਾਂਜੀ ਇਹ ਕੰਮ ਤੁਹਾਡੇ ਅੰਡਰ ਸਹੀ ਨਹੀਂ ਹੋ ਰਿਹਾ, ਤੁਸੀਂ ਆਪਦਾ ਕਰਤੱਵ ਨਿਭਾਓ, ਤੁਸੀਂ ਆਪਦੀ ਜੋ ਜ਼ਿੰਮੇਵਾਰੀ ਉਹ ਪੂਰੀਆਂ ਕਰੋ। ਸਿੰਪਲ ਫੰਡਾ ਹੈ ਬਸ। ਇਹਨਾਂ ਅਮੈਂਡਮੈਂਟਸ ਦੇ ਵਿੱਚ ਜਿਹੜੀ ਹਾਈ ਕੋਰਟ ਹੋਏਗੀ ਨਾ, ਜਿਹੜੀ ਆਪਣੀ ਚੰਡੀਗੜ੍ਹ ਦੇ ਵਿੱਚ ਆ, ਉਹ ਜ਼ਿਲ੍ਹਾ ਕੋਰਟ ਨੂੰ ਕਹੇਗੀ ਤੁਸੀਂ ਆਪਦਾ ਕਰਤੱਵ ਚੰਗੀ ਤਰ੍ਹਾਂ ਨਿਭਾਓ, ਤੁਸੀਂ ਸਹੀ ਕੰਮ ਨਹੀਂ ਕਰ ਰਹੇ। ਉਹ ਭਾਵੇਂ ਕੀ ਹੈਗਾ ਉਹਦੇ ਵਿੱਚ ਕੀ ਹੋ ਸਕਦਾ, ਜ਼ਰੂਰ ਕੋਰਟ ਦੇ ਵਿੱਚ ਵੀ ਹੋਏਗਾ, ਤੇ ਦੂਜੇ ਜਿਹੜੇ ਹੁੰਦੇ ਨੇ ਜਿਵੇਂ ਸਰਕਾਰੀ, ਜਿਵੇਂ ਆਪਾਂ ਗਵਰਨਮੈਂਟ ਜੋ ਡਿਪਾਰਟਮੈਂਟ ਹੁੰਦੇ ਨੇ, ਉਹ ਡਿਪਾਰਟਮੈਂਟ ਦੇ ਥਰੂ ਵੀ ਆਪਾਂ ਕਹਿ ਸਕਦੇ ਵੀ ਡਿਪਾਰਟਮੈਂਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਤਾਂ ਹਾਈ ਕੋਰਟ ਕਹੇਗੀ ਉਸ ਡਿਪਾਰਟਮੈਂਟ ਤੁਸੀਂ ਆਪਦੇ ਸਹੀ ਤਰੀਕੇ ਨਾਲ ਕੰਮ ਕਰੋ। ਗਵਰਨਮੈਂਟ ਦਾ ਕੋਈ ਵੀ ਡਿਪਾਰਟਮੈਂਟ ਹੋਵੇ, ਗਵਰਨਮੈਂਟ ਦੇ ਵਿੱਚ ਕੀ ਹੈਗਾ ਜਿਹੜਾ ਆਪਣਾ ਹਾਈ ਕੋਰਟ ਹੈਗੀ ਹੈ, ਸਿੰਪਲ ਇੱਕੋ ਹੀ ਗੱਲ ਯਾਦ ਰੱਖਣੀ ਹੈ, ਮੈਂਡਮਸ ਦਾ ਮਤਲਬ ਹੈ ਕਮਾਂਡ ਦੇਣੀ। ਕਮਾਂਡ ਦੇ ਵਿੱਚ ਕੀ ਹੈਗਾ, ਸਿੰਪਲ ਇੱਕੋ ਹੀ ਫੰਡਾ ਹੈਗਾ, ਕੋਈ ਗਵਰਨਮੈਂਟ ਇੰਪਲੋਈ, ਮਤਲਬ ਗਵਰਨਮੈਂਟ ਇੰਪਲੋਈ ਪਬਲਿਕ ਸੈਕਟਰ ਦੇ ਵਿੱਚ ਹੈਗਾ। ਪਬਲਿਕ ਸੈਕਟਰ ਦਾ ਮਤਲਬ ਹੈਗਾ ਵੀ ਗਵਰਨਮੈਂਟ ਇੰਪਲੋਈ ਹੋ ਗਿਆ, ਡਿਪਾਰਟਮੈਂਟ ਹੋ ਗਿਆ, ਠੀਕ ਹੈ, ਉਹ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ, ਤਾਂ ਕੀ ਹੈਗਾ ਹਾਈ ਕੋਰਟ ਉਹਨੂੰ ਕਹੇਗੀ ਵੀ ਹਾਂਜੀ ਤੁਸੀਂ ਆਪਣਾ ਕਰਤੱਵ ਚੰਗੀ ਤਰ੍ਹਾਂ ਨਿਭਾਓ, ਤਾਂ ਉਹ ਕੀ ਹੋਏਗਾ, ਮੈਂਡਮਸ ਹੋਏਗਾ, ਜਿਹਨੂੰ ਆਪਾਂ ਮੈਂਡਮਸ ਦੇ ਥਰੂ ਆਪਾਂ ਰਿਟ ਲਗਾ ਸਕਦੇ ਹਾਂ। ਟੋਟਲ 5 ਰਿਟ ਹੈਗੀਆਂ ਨੇ। ਫਸਟ ਆਫ ਆਲ ਆਪਾਂ ਹੈਬੀਸ ਕਾਰਪਸ ਕਰ ਲਈ ਹੈ, ਮੈਂਡਮਸ ਆਪਾਂ ਕਰ ਰਹੇ ਹਾਂ। ਮੈਂਡਮਸ ਦੇ ਵਿੱਚ ਉਹ ਕਹਿ ਰਿਹਾ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਸਰਕਾਰੀ ਡਿਪਾਰਟਮੈਂਟ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ, ਜਾਂ ਕੋਈ ਕੋਰਟ ਵੀ ਹੈ, ਕੋਈ ਛੋਟੀ ਕੋਰਟ ਹੈ ਨਾ, ਉਹ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਤਾਂ ਹਾਈ ਕੋਰਟ ਉਹਨੂੰ ਕਹੇਗੀ ਵੀ ਹਾਂਜੀ ਤੁਸੀਂ ਆਪਦਾ ਕੰਮ ਸਹੀ ਤਰੀਕੇ ਨਾਲ ਕਰੋ। ਜਾਂ ਸੁਪਰੀਮ ਕੋਰਟ ਹਾਈ ਕੋਰਟ ਨੂੰ ਕਹੇਗੀ, ਜੋ ਸਭ ਤੋਂ ਵੱਡੀ ਕੋਰਟ ਹੋਏਗੀ ਛੋਟੀ ਕੋਰਟ ਨੂੰ ਕਹੇਗੀ, ਫਿਰ ਉਹ ਵੱਡੀ ਕੋਰਟ ਹੀ ਸਾਰਾ ਕੁਝ ਦੇਖਦੀ ਹੈ, ਠੀਕ ਹੈ। ਦੇ ਵਿੱਚ ਕੀ ਹੋਏਗਾ ਵੀ ਜਿਹੜੇ ਹਾਈ ਕੋਰਟ ਹੋਏਗੀ ਨਾ, ਵੀ ਸਰਕਾਰੀ ਡਿਪਾਰਟਮੈਂਟ ਜ਼ਰੂਰ ਕਹੇਗੀ ਵੀ ਤੁਸੀਂ ਆਪਦਾ ਕਰਤੱਵ ਚੰਗੀ ਤਰ੍ਹਾਂ ਨਿਭਾਓ, ਉਹਨੂੰ ਇੱਕ ਲੈਟਰ ਲਿਖ ਕੇ ਇਸ਼ੂ ਕਰਦੀ ਵੀ ਹਾਂਜੀ ਤੁਸੀਂ ਆਪਦੀ ਜਨਤਾ ਦੇ ਕੰਮ ਲਈ ਕੰਮ ਕਰੋ। ਕਈ ਵਾਰੀ ਆਪਾਂ ਵੇਖਦੇ ਹਾਂ ਜਿਵੇਂ ਹੁੰਦਾ ਨਾ ਕੋਈ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਕੰਮ ਸਹੀ ਨਹੀਂ ਹੁੰਦਾ ਹਨਾ, ਜੇ ਆਪਾਂ ਕਹਿੰਦੇ ਆ ਵੀ ਕੋਈ ਪੈਸੇ ਲੈ ਕੇ ਮਤਲਬ ਰਿਸ਼ਵਤਖੋਰੀ ਕੰਮ ਹੋ ਰਿਹਾ, ਤਾਂ ਆਪਾਂ ਨੂੰ ਰਿਟ ਲਗਾ ਸਕਦੇ ਹਾਂ ਹਾਈ ਕੋਰਟ ਦੇ ਵਿੱਚ, ਕਿਸੇ ਵੀ ਕੋਰਟ ਦੇ ਵਿੱਚ, ਵੀ ਹਾਂਜੀ ਉੱਥੇ ਸਾਡੇ ਨਾਲ ਗਲਤ ਕੰਮ ਹੋ ਰਿਹਾ, ਗਲਤ ਕੰਮ ਹੋ ਰਿਹਾ। ਤਾਂ ਫਿਰ ਉਸ ਤੋਂ ਬਾਅਦ ਕੀ ਹਾਈ ਕੋਰਟ ਵਾਲੇ, ਸੁਪਰੀਮ ਕੋਰਟ ਵਾਲੇ ਸੰਗਿਆਨ ਲੈਂਦੇ ਨੇ, ਮਤਲਬ ਕਹਿੰਦਾ ਮਤਲਬ ਵੇਖਦੇ ਨੇ ਹਾਂਜੀ ਕੰਮ ਸਹੀ ਹੋ ਰਿਹਾ, ਤਾਂ ਉਹਨਾਂ ਨੂੰ ਇੱਕ ਲੈਟਰ ਇਸ਼ੂ ਕਰਦੇ ਤੁਸੀਂ ਆਪਦਾ ਕੰਮ ਸਹੀ ਤਰੀਕੇ ਨਾਲ ਕਰੋ। ਨੈਕਸਟ ਗੱਲ ਕਰਦੇ ਹਾਂ ਨੈਕਸਟ ਆਇਆ ਆਪਾਂ ਗੱਲ ਕਰਨੇ ਕਿਊ ਵਾਰੰਟੋ। ਕਿਊ ਵਾਰੰਟੋ ਦਾ ਬਾਈ ਵਟ ਅਥਾਰਟੀ, ਬਾਈ ਵਟ ਅਥਾਰਟੀ। ਇਹਦੇ ਵਿੱਚ ਸਿੰਪਲ ਫੰਡਾ ਸਟੂਡੈਂਟ ਦੇਖੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਦਾ ਬੰਦਾ ਕੋਈ ਗਲਤ ਤਰੀਕੇ ਨਾਲ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਭਰਤੀ ਹੋ ਗਿਆ ਹਨਾ, ਪੈਸੇ ਦੇ ਕੇ ਭਰਤੀ ਹੋ ਗਿਆ, ਤਾਂ ਤੁਸੀਂ ਕੀ ਹੈ ਰਿਟ ਲਗਾ ਸਕਦੇ ਹੋ ਵੀ ਹਾਂਜੀ ਇਹ ਬੰਦਾ ਸਹੀ ਤਰੀਕੇ ਨਾਲ ਨਹੀਂ ਹੋਇਆ। ਤਾਂ ਕੀ ਹੁੰਦਾ ਹੈ ਵੀ ਹਾਈ ਕੋਰਟ ਹੈ ਨਾ, ਉਹ ਕੇਸ ਲੱਗੇਗਾ, ਹਾਈ ਕੋਰਟ 'ਚ ਲੱਗ ਜਾਏਗਾ ਜਾਂ ਸੈਸ਼ਨ ਕੋਰਟ 'ਚ ਤੁਸੀਂ ਲਗਾ ਸਕਦੇ ਹੋ, ਠੀਕ ਹੈ। ਜਦੋਂ ਕੇਸ ਲੱਗੇਗਾ ਨਾ, ਤਾਂ ਕੀ ਹੈ ਉਹ ਕੋਰਟ ਇਹ ਨਿਰਣੇ ਲੈ ਗਈ, ਹਾਂ ਉਹ ਸਾਰਾ ਫਿਰ ਬਾਇਓਡਾਟਾ ਉਹਦਾ ਨਿਕਾਲ ਲੇਗੀ, ਹਾਂਜੀ ਦੱਸੋ ਵੀ ਇਹਨੇ ਪੇਪਰ ਕਦੋਂ ਦਿੱਤਾ, ਕੀ ਰੋਲ ਨੰਬਰ ਸੀ, ਕੀ ਸੀ। ਤਾਂ ਇਹ ਹੈਗਾ ਕਿਊ ਵਾਰੰਟੋ ਦੇ ਵਿੱਚ ਇਹ ਹੈਗਾ, ਜੇ ਤੁਹਾਨੂੰ ਲੱਗਦਾ ਕੋਈ ਬੰਦਾ ਗਲਤ ਤਰੀਕੇ ਨਾਲ ਭਰਤੀ ਹੋਇਆ ਤਾਂ ਆਪਾਂ ਉਹਦੇ ਥਰੂ ਕੇਸ ਲਗਾ ਸਕਦੇ ਹਾਂ, ਭਾਵੇਂ ਉਹ ਹਾਈ ਕੋਰਟ 'ਚ ਵੀ ਲਗਾ ਸਕਦੇ ਹਾਂ, ਸੁਪਰੀਮ ਕੋਰਟ 'ਚ ਵੀ ਲਗਾ ਸਕਦੇ ਹਾਂ, ਤੇ ਸੈਸ਼ਨ ਕੋਰਟ 'ਚ ਵੀ ਲਗਾ ਸਕਦੇ, ਜਿਹੜੀ ਮਰਜ਼ੀ ਕੋਰਟ 'ਚ ਆਪਾਂ ਕੇਸ ਲਗਾ ਸਕਦੇ ਹਾਂ। ਬਸ ਆਪਣੇ ਕੋਲ ਕੀ ਪ੍ਰੂਫ ਹੋਣਾ ਚਾਹੀਦਾ ਵੀ ਹਾਂਜੀ ਇਹ ਬੰਦਾ ਗਲਤ ਤਰੀਕੇ ਨਾਲ ਜੋਬ ਤੇ ਲੱਗਿਆ, ਵੀ ਇਹਦੇ ਕੋਲ ਇਹ ਕਾਨੂੰਨ ਦੇ ਵਿਰੁੱਧ ਲੱਗਿਆ, ਮਤਲਬ ਲਾਅ ਦੇ ਅਗੇਂਸਟ ਲੱਗਿਆ, ਤਾਂ ਉਹ ਕੀ ਹੈਗਾ ਕਿਊ ਵਾਰੰਟੋ ਬਾਈ ਵਟ ਅਥਾਰਟੀ, ਕਿਸ ਅਥਾਰਟੀ ਨਾਲ ਲੱਗਿਆ। स्टूडेंट समझ लग रही है तो कमेंट करके जरूर दसो, लग रही है ना समझ, जल्दी जल्दी कमेंट करके दसो। जो कोई दिक्कत हैगी तो मैं नाल दी नाल कमेंट करके दसो भी सर इत्थे नहीं समझ आ रही। ऑल क्लियर है ना मैम सारा कुछ? ठीक है जी, अगो आप करने सरसरी। सरसरी का मतलब टू बी सर्टिफाई या टू क्वैश द डिसीजन और ऑर्डर। एक याद रखे सरसरी ते प्रोहिबिशन दे विच मैं तुहानू फर्क दसांगा, बस तुसीं ध्यान नाल सुनना है। सरसरी दे विच की कहना टू बी सर्टिफाइड मतलब की है टू बी फुली इनफॉर्म। मान लो तुसीं एक सैशन कोर्ट च मतलब केस लगाता, ठीक है, तुसीं आपदे जिले दे विच केस लगाया, ठीक है, तुहानू लग रहा है भी वो केस सही तरीके नाल तुहाडे तरीके नाल सही नहीं हो रहा, मतलब गलत हो रहा है ना, तुसीं चक के की करोगे, तुसीं हाई कोर्ट से चले जाओगे, हाई कोर्ट से केस लगाओगे, तो हाई कोर्ट की कहेगी जो भी सैशन कोर्ट नूं वो कहेगी भी जे तेरे
जिन्ना भी बायोडाटा ने इस केस रिलेटेड वो सारे रिकॉर्ड मैनू दे के जाओ वापस। मतलब वो मुकदमा आपदे कोल मंगा सकदी कौन, हाई कोर्ट। सरसरी दे विच तू भी सर्टिफाइड कर सकदी, मतलब डिसीजन लै सकदी, एक ऑर्डर लै सकदी, ऑर्डर देंदी है भी जे सैशन कोर्ट जिला अदालत अपना काम सही नहीं कर रही तो हाई कोर्ट अपने कोल सारा रिकॉर्ड मंगा के रख लेगी, ठीक है। भी वो कहेगी हाँ जी मेरे को सारा रिकॉर्ड भेजो भी केस की रिलेटेड हैगी। बस तुसीं इन्ना याद करना, सरसरी का मतलब है टू बी सर्टिफाइड। ओके स्टूडेंट, एक ना ये ध्यान रखे ये जिन्ने भी वर्ड हैगे ने ना, टू बी हैवी कॉर्पस होगी, मैंडमस होगी, क्यूबरंट होगी, सरसरी हो गया, प्रोहिबिशन, इन्हें लैटिन भाषा तो लिया होया। कई ना क्वेश्चन आंदा नहीं, वैसे एक जनरल नॉलेज वास्ते ही है, लैटिन भाषा तो लिया गया है, लैटिन लैंग्वेज तो ले गया है, ठीक है। ठीक है स्टूडेंट, सरसरी का मतलब हैगा टू बी सर्टिफाइड। मतलब की होंदा भी तुहानू लगदा कई वार तुसीं सैटिस्फाई नहीं हो रहे, भी तुहानू लग रहा भी केस गलत थ्रू कित्थे चल रहा है, तो तुसीं की हैगा सैशन कोर्ट तो चक के हाई कोर्ट च जा सकते हो। हाई कोर्ट की कहेगी सारा रिकॉर्ड जिन्ना भी मैनू इस केस रिलेटेड जिन्ने भी कागजात ने वो सारे मैनू वापस उस हाई कोर्ट दे विच जाणगे, वो हाई कोर्ट आपदे अंडर ले लेगी सारा कुछ। टू बी सर्टिफाइड भी तुहानू जो लगता टू बी सर्टिफाइड नहीं हो रहा, बस आ तुसीं याद जरूर रखना। टू हैव द बॉडी किंदे च कहंदा हैबियस कॉर्पस दे विच, मैंडमस च की कहंदा कमांड, कमांड देंदे है, क्यूबरंटो च कहंदे बाय व्हाट अथॉरिटी किस अथॉरिटी नाल है, या सरसरी दे विच टू बी सर्टिफाइड भी हाँ जी तुसीं सैटिस्फाई नहीं हैगे तां तुसीं की हैगा मतलब टू क्वैश या डिसीजन नू ऑर्डर लगा सकते हैं आपां। नैक्सट गल करदा है प्रोहिबिशन, स्टॉप, प्रतिषेध, मतलब कहते हैं बंद, जिवें आपां कहते हैं, ठीक है। इहदे च की हुंदा है भी मान लो कोई सुप्रीम कोर्ट है, ठीक है, अपने जिवें चंडीगढ़ दे विच हैगी आ, सॉरी हाई कोर्ट है चंडीगढ़ दे विच, ठीक है। उन्हां नूं लगदा है भी कोई सरकारी बंदा है ना, उस एरिया दे विच उहदा मतलब की कह सकने आपां भी एरिया दे विच उहदा ना आंदा नहीं, रूल एंड रेगूलेशन नहीं आंदे, बस वो एरिया दे विच जा नहीं सकदा है ना, तां की हैगा ਉਹ ਉਹਨੂੰ रोकदी है हाई कोर्ट टू स्टॉप। कहने का मतलब है भी हाई कोर्ट उन्हें कहनी भी तेरा ये एरिया नहीं हैगा, उत्थे उस टाइम उन्हें रोकदी है भी टू स्टॉप। सिंपल प्रोहिबिशन का मतलब है टू स्टॉप। बस होर तुसीं कुछ नहीं याद करना भी इहदे विच की है। एक सुप्रीम कोर्ट ला लो, सुप्रीम कोर्ट हाई कोर्ट नूं कह सकदी है भी आ तेरी एरिया च नहीं आंदा, हाई कोर्ट कह सकदी है बई अपने की कहंदे हुंदे आ नीली अपनी सैशन जो कोर्ट होंदी है, छोटिया कोर्ट होंदी है, उन्होंने कह सकदी है भी तेरे एरिया दे विच नहीं आंदी तां तू की है इहदे उत्ते कोई काम कार्य नहीं कर सकदा। स्टूडेंट लग रही ना समझ, क्योंकि रिट्स इदां दी चीज़ हैगी है, इहनूं ध्यान नाल करोगे ना बिल्कुल आ जो गल्लां सामने लिखा है इहनूं दिमाग 'च बिठा लिया ना, तुहानूं कित्थों मर्जी क्वेश्चन आ जावे तुसीं गलत नहीं करोगे। क्विकली एक रिवीजन करते हैं आपां। हैबियस कॉर्पस, हैबियस कॉर्पस का मतलब की है टू हैव द बॉडी, मतलब की है टू हैव द बॉडी। ਜਦੋਂ ਆਪਾਂ ਨੂੰ ਲੱਗਦਾ ਹੈ ਕਿਸੇ ਬੰਦੇ ਨੂੰ ਆਪਾਂ ਨੂੰ ਗਲਤ ਤਰੀਕੇ ਨਾਲ ਪੁਲਿਸ ਅਰੈਸਟ ਕਰਕੇ ਲੈ ਗਈ ਹੈ ਤਾਂ ਆਪਾਂ ਜਾਂ ਆਪਣੇ ਕਿਸੇ ਬੰਦੇ ਥਰੂ ਆਪਾਂ ਕੇਸ ਲਗਾ ਸਕਨੇ ਆ ਕੋਰਟ ਦੇ ਵਿੱਚ। ਤਾਂ ਫਿਰ ਕੋਰਟ ਕੀ ਹੈਗੀ ਹੈ ਉਸ ਪੁਲਿਸ ਵਾਲਿਆਂ ਨੂੰ ਕਹਿੰਦੀ ਹੈ ਵੀ ਦਿਖਾਓ ਕਿਸ ਵੇ ਨਾਲ ਤੁਸੀਂ ਇਸ ਬੰਦੇ ਨੂੰ ਫੜਿਆ, ਕੀ ਵਜ੍ਹਾ ਕੀ। ਫਿਰ ਉਹ ਕਹਿੰਦੀ ਲੈਟਸ ਹੈਵ ਮਤਲਬ ਟੂ ਹੈਵ ਦਾ ਬੋਡੀ, ਮਤਲਬ ਬੋਡੀ ਪੇਸ਼ ਕੀਤੀ ਜਾਵੇ, ਬੰਦਾ ਪੇਸ਼ ਕੀਤਾ ਜਾਵੇ। ਤੇ ਉਹਨਾਂ ਨੂੰ ਲੱਗਦਾ ਵੀ ਬੰਦਾ ਗਲਤ ਤਰੀਕੇ ਨਾਲ ਇਹਨਾਂ ਨੇ ਚੱਕਿਆ ਜਾਂ ਅਰੈਸਟ ਕੀਤਾ, ਤਾਂ ਉਸੇ ਟਾਈਮ ਕੀ ਉਸ ਜ਼ਿਲ੍ਹਾ ਜਿਹਨੇ ਪੁਲਿਸ ਵਾਲਿਆਂ ਦੇ ਵਿਰੁੱਧ ਕਾਰਵਾਈ ਹੁੰਦੀ ਹੈ। टू हैव द बॉडी, यस मैम टू हैव द बॉडी, ठीक है। ਇਹਦੇ ਵਿੱਚ ਕੀ ਹੈਗਾ ਵੀ ਤੁਹਾਨੂੰ ਲੱਗਦਾ ਵੀ ਕੋਈ ਗਲਤ ਤਰੀਕੇ ਨਾਲ ਤੁਹਾਨੂੰ ਕੋਈ ਅਰੈਸਟ ਕਰਕੇ ਲੈ ਕੇ ਗਿਆ ਪੁਲਿਸ ਵਾਲਾ, ਤਾਂ ਤੁਸੀਂ ਕੇਸ ਲਗਾ ਸਕਨੇ ਹੋ। ਤੇ ਫਿਰ ਅੱਗੋਂ ਕੋਰਟ ਕਹੇਗੀ ਵੀ ਇਸ ਬੰਦੇ ਨੂੰ ਪੇਸ਼ ਕਰੋ, ਟੂ ਹੈਵ ਦਾ ਬੋਡੀ, ਟੂ ਬ੍ਰਿੰਗ ਦਾ ਬੋਡੀ, ਦੋਨਾਂ ਵਿੱਚੋਂ ਕੋਈ ਮਰਜ਼ੀ ਹੈ। ਟੂ ਹੈਵ ਦਾ ਬੋਡੀ, ਟੂ ਬ੍ਰਿੰਗ ਦਾ ਬੋਡੀ, ਉਸੇ ਟਾਈਮ ਬੋਡੀ ਨੂੰ ਸਾਹਮਣੇ ਪੇਸ਼ ਕਰੋ ਤਾਂ ਜੋ ਪਤਾ ਲੱਗ ਸਕੇ ਵੀ ਹਾਂ ਉਹ ਬੰਦਾ ਸਹੀ ਹੈਗਾ, ਕਿਉਂ ਵੀ ਸਹੀ ਬੰਦੇ ਤਰੀਕੇ ਨਾਲ ਵੇ ਕੀਤਾ ਹੈ ਕਿ ਨਹੀਂ ਕੀਤਾ। ਨੈਕਸਟ ਹੈਗਾ ਮੈਂਡਮਸ, ਕਮਾਂਡ। ਇਹਦੇ 'ਚ ਕੀ ਹੈਗਾ ਇੱਕ ਜਿਹੜੀ ਹਾਈ ਕੋਰਟ ਹੈਗੀ ਜਾਂ ਕੋਈ ਵੀ ਹੈਗੀ ਕੋਰਟ, ਉਹ ਕਹਿੰਦੀ ਹੈ ਵੀ ਜਿਹੜਾ ਵੀ ਇੱਕ ਸਰਕਾਰੀ ਹੈਗਾ ਨਾ, ਜੇ ਸਰਕਾਰੀ ਬੰਦੇ ਨੂੰ ਕਰਦਾ ਹੈ। ਮੈਂਡਮਸ ਦੇ ਵਿੱਚ ਇੱਕ ਇਹ ਵੀ ਤੁਸੀਂ ਯਾਦ ਰੱਖਣੀ ਸਟੂਡੈਂਟ ਵੀ ਜਿਹੜੀ ਕਮਾਂਡ ਹੈ ਨਾ ਸੁਪਰੀਮ ਕੋਰਟ ਹਾਈ ਕੋਰਟ ਸਿਰਫ ਇੱਕ ਕੀ ਹੈ ਗਵਰਨਮੈਂਟ ਜਿਹੜਾ ਵੀ ਡਿਪਾਰਟਮੈਂਟ ਹੈਗਾ ਨਾ ਪਬਲਿਕ ਸੈਕਟਰ ਸਿਰਫ ਉਹਨੂੰ ਹੀ ਕਰਦੀ ਹੈ। ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਆ ਵੀ ਗੱਲ ਆਣੀ ਚਾਹੀਦੀ ਹੈ ਪ੍ਰਾਈਵੇਟ ਨੂੰ ਕਿਉਂ ਨਹੀਂ, ਇਹ ਪ੍ਰਾਈਵੇਟ ਨੂੰ ਨਹੀਂ ਕਰ ਸਕਦੀ, ਇਹ ਓਨਲੀ ਫॉर ਪਬਲਿਕ ਯਾਨੀ ਕਿ ਗਵਰਨਮੈਂਟ।
गवर्नमेंट डिपार्टमेंट जिन्ने भी होणगे ना अंडर उन्हां नूं कह सकदी है भी हाँ जी दसो। गवर्नमेंट दे विच ਉਹ गवर्नमेंट इंपलॉय या गवर्नमेंट डिपार्टमेंट ਨੂੰ ਕਹਿ ਸਕਦੀ ਵੀ ਤੂੰ ਆਪਦਾ ਕਾਰਜ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ, ਤੂੰ ਆਪਦਾ ਕਮਾਂਡ ਦਿੰਦਾ, ਆਦੇਸ਼ ਦਿੰਦਾ ਵੀ ਆਪਦਾ ਕੰਮ ਸਹੀ ਤਰੀਕੇ ਨਾਲ ਕਰ। ਠੀਕ ਹੈ। हाँ जी हाँ जी मैम, काम करने ਲਈ कहना भी हाँ जी ਤੁਸੀਂ ਆਪਦਾ ਕੰਮ ਸਹੀ ਤਰੀਕੇ ਨਾਲ ਕਰੋ। बस ਇੰਨੀ ਗੱਲ ਹੈ। बस ਇੰਨਾ याद रखना भी ਇਹ गवर्नमेंट इंपलॉय गवर्नमेंट डिपार्टमेंट जिन्ने भी ਉਹਨਾਂ ਨੂੰ ਕਹਿ ਸਕਦੇ। ठीक है। ਨੈਕਸਟ ਹੈਗਾ क्यू ਵਾਰੰਟੋ ਬਾਈ ਬਰਥ ਅਥਾਰਟੀ। ਮੈਂ ਅੱਗੇ ਵੀ ਤੁਹਾਨੂੰ ਦੱਸ ਸਕਦਾ, ਤੁਹਾਨੂੰ ਆਸੇ-ਪਾਸੇ ਲੱਗਦਾ ਵੀ ਤੁਹਾਡਾ ਕੋਈ ਬੰਦਾ ਗਲਤ ਨਜਾਇਜ਼ ਤਰੀਕੇ ਨਾਲ ਸਰਕਾਰੀ ਡਿਪਾਰਟਮੈਂਟ 'ਚ ਭਰਤੀ ਹੋਇਆ, ਪੈਸੇ ਦੇ ਕੇ ਭਰਤੀ ਹੋਇਆ, ਤਾਂ ਤੁਸੀਂ ਕੇਸ ਲਗਾ ਸਕਦੇ ਹੋ। ਠੀਕ ਹੈ। ਫਿਰ ਉਹ ਕੇਸ ਦੇ ਵਿੱਚ ਕੀ ਹੋਏਗਾ, ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹ ਵੇਖੇਗੀ ਵੀ ਹਾਂਜੀ ਉਸ ਡਿਪਾਰਟਮੈਂਟ ਕੋਲ ਜਾਏਗੀ ਜਿਸ ਡਿਪਾਰਟਮੈਂਟ ਦੇ ਵਿੱਚ ਉਹ ਬੰਦਾ ਸ਼ਾਮਿਲ ਹੋਇਆ, ਉਹਦੇ ਕੋਲ ਸਾਰਾ ਬਾਇਓਡਾਟਾ ਮੰਗ ਲੈਣਗੇ। ਠੀਕ ਹੈ। ਵੀ ਆ ਬੰਦਾ ਕਿਵੇਂ ਭਰਤੀ ਹੋਇਆ, ਕਿਵੇਂ ਹੋਇਆ, ਉਹ ਸਾਰਾ ਕੀ ਹੈ क्यू ਵਾਰੰਟੋ ਦੇ ਵਿੱਚ। क्यू ਵਾਰੰਟੋ ਦੇ ਰਿਟ ਲੱਗਦੀ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਬੰਦਾ ਗਲਤ ਤਰੀਕੇ ਨਾਲ ਭਰਤੀ ਹੋਇਆ। ਨੈਕਸਟ ਹੈਗਾ ਸਰਸ਼ਰੀ ਟੂ ਬੀ ਸਰਟੀਫਾਈ। ਸਰਟੀਫਾਈ ਦਾ ਮਤਲਬ ਹੈਗਾ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ ਕੇਸ ਲਗਾਇਆ ਸੈਸ਼ਨ ਕੋਰਟ ਦੇ ਵਿੱਚ, ਹਨਾ, ਉਹ ਤੁਹਾਡੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਤਾਂ ਕੀ ਹੈਗਾ ਤੁਸੀਂ ਹਾਈ ਕੋਰਟ 'ਚ ਜਾ ਕੇ ਕੇਸ ਲਗਾਤਾ। ਹਾਈ ਕੋਰਟ ਕਹੇਗੀ ਹਾਂਜੀ ਜਿੰਨਾ ਵੀ ਸੈਸ਼ਨ ਕੋਰਟ ਦੇ ਵਿੱਚ ਜਿੰਨਾ ਵੀ ਇਸ ਰਿਕਾਰਡ ਪਿਆ ਇਸ ਕੇਸ ਰਿਲੇਟਡ ਉਹ ਚੱਕ ਕੇ ਸਾਰਾ ਮੈਨੂੰ ਵਾਪਸ ਕਰੋ, ਮੈਂ ਇਸ ਕੇਸ ਨੂੰ ਵੇਖਾਂਗਾ। ਟੂ ਬੀ ਸਰਟੀਫਾਈ ਕਰਨਾ ਸਰਸ਼ਰੀ, ਸਿਰਫ ਇੰਨਾ ਹੀ ਮੀਨਿੰਗ ਹੈ। ਉਸ ਤੋਂ ਬਾਅਦ ਹੈ ਪ੍ਰੋਹਿਬਿਸ਼ਨ। ਪ੍ਰੋਹਿਬਿਸ਼ਨ ਦਾ ਮਤਲਬ ਹੈਗਾ ਟੂ ਸਟਾਪ। ਕਹਿਣ ਦਾ ਮਤਲਬ ਹੈਗਾ ਇੱਕ ਹਾਈ ਕੋਰਟ ਜਾਂ ਹਾਈ ਕੋਰਟ ਕਿਸੇ ਵੀ ਸਰਕਾਰੀ ਜਾਂ ਗਵਰਨਮੈਂਟ ਇੰਪਲੋਈ ਨੂੰ ਕਹਿ ਦਿੰਦੇ ਵੀ ਇਹ ਤੇਰੇ ਏਰੀਆ ਦੇ ਵਿੱਚ ਕੰਮ ਨਹੀਂ ਆਉਂਦਾ ਤਾਂ ਤੂੰ ਇਸ ਏਰੀਆ ਦੇ ਵਿੱਚ ਕੰਮ ਨਹੀਂ ਕਰ ਸਕਦਾ। ਕਈ ਵਾਰੀ ਹੁੰਦਾ ਨਾ ਕਈ ਅਲੱਗ ਮਤਲਬ ਡਿਪਾਰਟਮੈਂਟ ਦੇ ਬੰਦੇ ਹੁੰਦੇ ਹਨ, ਅਲੱਗ ਪਾਸੇ ਆ ਜਾਂਦੇ ਨੇ ਇੱਕ ਦਬਾਅ ਬਣਾਉਣ ਵਾਸਤੇ, ਜਿਵੇਂ ਆਪਾਂ ਕਹਿ ਸਕਦੇ ਹਾਂ ਆਪਾਂ ਨੂੰ ਡਰਾਉਣ ਵਾਸਤੇ ਵੀ ਆ ਜਾਂਦੇ ਹਨਾ, ਤਾਂ ਆਪਾਂ ਨਾਲ ਦੀ ਨਾਲ ਨਾ ਆਪਾਂ ਕੇਸ ਲਗਾ ਸਕਦੇ ਵੀ ਤੇਰਾ ਜਦੋਂ ਏਰੀਆ ਹੈ ਨਹੀਂ ਤਾਂ ਤੂੰ ਕਿਉਂ ਆਇਆ ਇੱਥੇ। ਜੇ ਇਸ ਕੇਸ ਦੇ ਵਿੱਚ ਪਤਾ ਲੱਗ ਜਾਵੇ ਵੀ ਬੰਦਾ ਗਲਤ ਪੇਸ਼ ਆਇਆ ਤਾਂ ਉਹਦੇ ਵਿਰੁੱਧ ਜਿਹੜਾ ਸਰਕਾਰੀ ਬੰਦਾ ਹੈ ਉਹਦੇ ਵਿਰੁੱਧ ਨਾ ਕਾਰਵਾਈ ਹੋ ਸਕਦੀ ਹੈ। ਬਸ ਤੁਸੀਂ ਇਹੀ ਯਾਦ ਰੱਖਣਾ ਹੈਬੀਅਸ ਕਾਰਪਸ ਦਾ ਮਤਲਬ ਟੂ ਹੈਵ ਦਾ ਬੋਡੀ, ਲੈਟਿਨ ਭਾਸ਼ਾ ਤੋਂ ਲਿਆ ਗਿਆ। ਮੈਂਡਮਸ ਹੈਗੀ ਕਮਾਂਡ ਦੇਣੀ। ਸਿੰਪਲ ਕੁਐਸਚਨ ਆਏਗਾ ਵੀ ਜਿਵੇਂ ਆਪਾਂ ਨੂੰ ਪੁੱਛ ਸਕਦੇ ਆ ਵੀ ਹਨਾ ਵੀ ਕੋਈ ਕੇਸ ਲੱਗਿਆ ਹੋਇਆ, ਠੀਕ ਹੈ, ਉਹਦੇ ਵਿੱਚ ਬੰਦੀ ਬਣਾ ਲਿਆ, ਗਲਤ ਤਰੀਕੇ ਨਾਲ ਬੰਦੀ ਬਣਾ ਲਿਆ, ਤਾਂ ਉਹਦੇ 'ਚ ਆਪਾਂ ਸਿੱਧਾ ਲਿਖ ਦਾਂਗੇ ਹੈਬੀਅਸ ਕਾਰਪਸ ਦੇ ਵੇਲੇ। ਕੁਐਸਚਨ ਜ਼ਿਆਦਾ ਇਹਦੇ 'ਚੋਂ ਹੀ ਆਉਣਗੇ, ਹੈਬੀਅਸ ਕਾਰਪਸ ਹੀ ਕੁਐਸਚਨ ਪੁੱਛੇ ਹੋਣਗੇ। ਟੂ ਹੈਵ ਦਾ ਬੋਡੀ ਜੇ ਸਿੱਧਾ ਹੀ ਪੁੱਛਿਆ ਹੋਏਗਾ ਟੂ ਹੈਵ ਦਾ ਬੋਡੀ ਕਿ ਲਈ ਰਿਟਸ ਦੇ ਵਿੱਚ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਬੀਅਸ ਕਾਰਪਸ ਦੇ ਵਿੱਚ ਹੈਗਾ ਟੂ ਹੈਵ ਦਾ ਬੋਡੀ। ਆ ਸਟੂਡੈਂਟ ਜਿੰਨੇ ਵੀ ਲਿਖਿਆ ਹੋਇਆ ਨਾ ਟੂ ਹੈਵ ਦਾ ਬੋਡੀ, ਕਮਾਂਡ, ਬਾਈ ਵਰਥ ਅਥਾਰਟੀ, ਟੂ ਬੀ ਸਰਟੀਫਾਈ, ਟੂ ਸਟਾਪ, ਇਹ ਚੰਗੀ ਤਰ੍ਹਾਂ ਤੁਸੀਂ ਯਾਦ ਕਰਨਾ। ਜਿਵੇਂ ਮਰਜ਼ੀ ਯਾਦ ਕਰੋ, ਅੱਜ ਦਾ ਦਿਨ ਪੂਰਾ ਲਾ ਕੇ ਯਾਦ ਕਰੋ, ਤੁਹਾਨੂੰ ਇੱਕ ਅੱਧਾ ਕੁਐਸਚਨ ਤਾਂ ਜ਼ਰੂਰ ਮਿਲੇਗਾ ਪੇਪਰ ਦੇ ਵਿੱਚ ਰਿਟਸ ਦੇ ਰਿਲੇਟਡ ਦਾ। ठीक है स्टूडेंट्स, लग रही है ना समझ? एक बार जरूर कमेंट करके जल्दी दसो, फिर आप नेक्स्ट अपना टॉपिक आप पार्ट्स कर सकीए। इंडियन कॉन्स्टिट्यूशन बहुत इंपॉर्टेंट है, सीधे क्वेश्चन पे होंगे ने, सीधे क्वेश्चन बिल्कुल। एक बार कमेंट जिन्हें भी लाइव देख रहे सारे कमेंट करके दस दो ऑल क्लीयर है, जो नहीं क्लीयर है तो मैं दोबारा तो करा देना। किसी ने कोई डाउट है तो जरूर दसो। ओके स्टूडेंट्स, नेक्स्ट आप चलते हैं पार्ट्स ऑफ इंडियन कॉन्स्टिट्यूशन। बहुत मतलब कह देने कई ना सिंपल क्वेश्चन ही पे होंगे ने, है ना, अपन पता ही नहीं होंगे भी ये है कि जो आप ईटीटी का पेपर करन चले ना, ईटीटी च भी उनके सिंपल क्वेश्चन पे होंगे पोल दे रिलेटेड, तो इन्होंने विचों क्वेश्चन पे होंगे। एक कई स्टूडेंट ये स्किप कर देंगे, सोचते हैं भी चलो इन्ना जो गया क्वेश्चन, बट नहीं, सीधा उन्होंने पूछना आर्टिकल पूछना पार्ट्स। पार्ट्स का बहुत इंपॉर्टेंट, पार्ट्स तुहानू पता होने चाहिए। बस जो मैं ਇਹਦੇ ਚੋਂ ਪਾਰਟਸ ਤੁਹਾਨੂੰ ਕਹਾਂ ਨਾ ਮੇਨ ਇੰਪੋਰਟੈਂਟ ਹੈ, ਬਸ ਤੁਸੀਂ ਉਹ ਚੰਗੀ ਤਰ੍ਹਾਂ ਕਰਨੇ ਨੇ, ਦਿਮਾਗ 'ਚ ਬਿਠਾ ਲੈਣੇ ਨੇ। ਸਭ ਤੋਂ ਪਹਿਲਾਂ ਆਪਾਂ ਕਰਨੇ ਆ ਪਾਰਟ 1। ਪਾਰਟ 1 ਦੇ ਵਿੱਚ ਕੀ ਗਿਆ, ਆਰਟੀਕਲ ਹੈਗੇ 1 ਤੋਂ 4। ਫਾਰਮੇਸ਼ਨ ਆਫ ਅ ਨਿਊ ਸਟੇਟ ਮਤਲਬ ਕੀ ਗਿਆ 1 ਤੋਂ 4 ਆਰਟੀਕਲ ਜਿੰਨੀਆਂ ਵੀ ਨਿਊ ਸਟੇਟਸ ਬੰਦੀਆਂ ਨੇ ਨਾ ਉਹ ਸਾਰੇ ਕਿੰਨੇ ਨੇ ਆਰਟੀਕਲ 1 ਤੋਂ 4 ਦੇ ਵਿੱਚ ਹੈਗੇ ਆ। ਠੀਕ ਹੈ। ਅਲਟਰ ਨੇਮ ਆਫ ਅ ਨਿਊ ਐਗਜ਼ਿਸਟਿੰਗ ਸਟੇਟ ਮਤਲਬ ਕੋਈ ਸਟੇਟ ਦਾ ਨਾਮ ਨਿਊ ਵੀ ਰਜਿਸਟਰ ਹੁੰਦਾ ਨਾ ਤਾਂ ਉਹ ਵੀ ਕੀ ਹੈ ਆਰਟੀਕਲ 1 ਤੋਂ 4 ਦੇ ਵਿੱਚ ਆਉਂਦੇ। ਪਾਰਟ 1 1 ਤੋਂ 4 ਆਰਟੀਕਲ ਹੈ, ਫਾਰਮੇਸ਼ਨ ਆਫ ਅ ਨਿਊ ਸਟੇਟ ਔਰ ਅਲਟਰ ਨੇਮ ਆਫ ਅ ਐਗਜ਼ਿਸਟਿੰਗ ਸਟੇਟ। ਜਿੰਨੀਆਂ ਵੀ ਸਟੇਟ ਐਡ ਹੁੰਦੀਆਂ ਨੇ ਜਿਨ੍ਹਾਂ ਦਾ ਕੁਝ ਨਾਮ ਦੇ ਵਿੱਚ ਚੇਂਜਸ ਹੁੰਦੀ ਹੈ ਜਾਂ ਕੁਝ ਵੀ ਨਿਊ ਸਟੇਟ ਬਣਦੀ ਹੈ ਉਹ 1 ਤੋਂ 4 ਆਰਟੀਕਲ ਨਾਲ ਬਿਲੋਂਗ ਕਰਦੀ ਤੇ ਪਾਰਟ 1 ਨਾਲ ਬਿਲੋਂਗ ਕਰਦੀ ਹੈ।
ਨੈਕਸਟ ਹੈ ਪਾਰਟ 2। ਪਾਰਟ 2 ਕੀ ਹੈ 5 ਤੋਂ 11 ਆਰਟੀਕਲ ਹੈ, ਕਿਹਦੇ ਨਾਲ ਡੀਲ ਕਰਦੇ ਆ ਸਿਟੀਜ਼ਨਸ਼ਿਪ ਨਾਲ। ਸਿਟੀਜ਼ਨਸ਼ਿਪ ਪਤਾ ਹੈ ਨਾ, ਸਿਟੀਜ਼ਨਸ਼ਿਪ ਆਪਾਂ ਨਾ ਬਹੁਤ ਡਿਟੇਲ ਦੇ ਵਿੱਚ ਕਰਾਂਗੇ, ਮੋਸਟ ਇੰਪੋਰਟੈਂਟ ਪਾਰਟ ਹੈਗਾ। ਇਹਦੇ ਵਿੱਚ ਕੀ ਹੈਗਾ ਡੀਲ ਕਿਹਦੇ ਨਾਲ ਕਰਦਾ ਸਿਟੀਜ਼ਨਸ਼ਿਪ, ਜਿੰਨੇ ਵੀ ਆਪਣੇ ਰਾਈਟਸ ਹੈਗੇ ਨੇ ਆਪਣੇ ਅਧਿਕਾਰ ਹੈਗੇ ਨੇ ਸਿਟੀਜ਼ਨਸ਼ਿਪ ਦੇ, ਆਪਾਂ ਨੂੰ ਕਿਵੇਂ ਸਿਟੀਜ਼ਨਸ਼ਿਪ ਮਿਲਦੀ ਹੈ, ਕਿਵੇਂ ਆਪਾਂ ਛੱਡ ਸਕਨੇ ਆ, ਕੀ ਆਪਣੇ ਅਧਿਕਾਰ ਨੇ ਸਿਟੀਜ਼ਨ ਆਪਾਂ ਲੈ ਸਕਦੇ, ਉਹ ਸਾਰੇ ਕਿੰਦੇ ਚ ਹੈਗੇ ਨੇ ਪਾਰਟ ਦੂਸਰਾ ਸੈਕਿੰਡ ਪਾਰਟ ਹੈ 5 ਤੋਂ 11 ਆਰਟੀਕਲ ਹੈ ਤੇ ਸਿਟੀਜ਼ਨਸ਼ਿਪ ਨਾਲ ਬਿਲੋਂਗ ਕਰਦੇ। ਇਹ ਕੁਐਸਚਨ ਬਹੁਤ ਵਾਰੀ ਆਇਆ ਸਟੂਡੈਂਟ, ਸਿਟੀਜ਼ਨਸ਼ਿਪ ਕਿੰਨੇ ਆਰਟੀਕਲ ਨਾਲ ਬਿਲੋਂਗ ਕਰਦੇ, ਸਿੱਧਾ ਪਿਆ ਹੁੰਦਾ 6 ਤੋਂ 12 8 ਤੋਂ 12 5 ਤੋਂ 11 ਸਿੱਧਾ ਟਿਕ ਕਰਨਾ ਹੈ 5 ਤੋਂ 11। ਕਈ ਰਿਪੋਰਟ ਲੈਂਦਾ ਸਿਟੀਜ਼ਨਸ਼ਿਪ ਕਿਹੜੇ ਪਾਰਟ ਨਾਲ ਬਿਲੋਂਗ ਕਰਦੀ ਹੈ, ਤਾਂ ਉਹ ਕੀ ਕਰਦੀ ਪਾਰਟ 2 ਨਾਲ ਬਿਲੋਂਗ ਕਰਦੀ ਹੈ। ਧਿਆਨ ਨਾਲ ਸੁਣਨਾ ਬਸ ਸਟੂਡੈਂਟ ਜੋ ਮੈਂ ਕਹਿ ਰਿਹਾ। ਨੈਕਸਟ ਹੈਗਾ ਪਾਰਟ 3 ਆਰਟੀਕਲ 12 ਤੋਂ 35। ਅਜੇ ਆਪਾਂ ਹਜੇ ਪਰਸੋਂ ਹੀ ਕਰਕੇ ਹਟੇ ਸੀ ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਦੇ ਜਿੰਨੇ ਵੀ ਆਪਣੇ ਰਾਈਟ ਆਰਟੀਕਲ ਨੇ 12 ਤੋਂ 35 ਹੈ। ਪਾਰਟ ਕਿੰਦੇ ਵਿੱਚ ਹੈ ਥਰਡ ਵਿੱਚ। ਇਹ ਵੀ ਬਹੁਤ ਵਾਰੀ ਪੁੱਛਿਆ ਹੁੰਦਾ ਹੈ ਫੰਡਾਮੈਂਟਲ ਰਾਈਟ ਕਿੰਨੇ ਆਰਟੀਕਲ ਨੇ 12 ਤੋਂ 35 ਤੇ ਪਾਰਟ ਕੀ ਹੈ ਥਰਡ। ਨੈਕਸਟ ਹੈਗਾ फोर्थ DPSP पार्ट फोर्थ है आर्टिकल है 36 तो 51 DPSP डायरेक्टिव प्रिंसीपल ऑफ स्टेट पॉलिसी बाय DPSP तो उसे याद की रखना पार्ट 4 दे विच है आर्टिकल है 36 तो 51 आर्टिकल तुहानू याद जरूर करने पैने एवें नहीं तुसी कह सकदे मैं आर्टिकल नहीं करदा आर्टिकल याद नहीं करोगे तो पॉलिटी तुहानू औखी ही लगूगी आर्टिकल जिन्हों याद हो गए मैं कहना उहदे लई क्वेश्चन डील करना बहुत सौखा है इन्ना मैनू पता है। नैक्सट है पार्ट फोर्थ ए इकला फोर्थ ए दे विच की है आर्टिकल 51A फंडामेंटल ड्यूटी अपनी ना ड्यूटीज हैगी आ ये सिर्फ 5 मिनट का टॉपिक है ना मैं करावांगा तुहानू नैक्सट क्लास दे विच। फंडामेंटल ड्यूटी दे विच की है ये अपनी टोटल है जो अपनी कॉन्स्टिट्यूशन बने ना उदों 10 है सी बट हुण की है 11 ड्यूटियां हो गई ठीक है जिहदे विच है 6 तो 14 साल के बच्चों को परमानेंट फ्री शिक्षा एजुकेशन प्रोवाइड करी जाएगी ठीक है। उनदे विच की अपनी फंडामेंटल ड्यूटी अज दे टाइम च 11 ने ठीक है तो ये अपने के लिए फंडामेंटल ड्यूटी नाल बिलोंग करता है। टोटल ड्यूटीज है अपनिया 11 पहला 10 सी हुण एक वधी है टोटल है 11 86 अमेंडमेंट हुई सी वो आप डिटेल च करांगे ते उनदे थ्रू ये हुई सी फंडामेंटल ड्यूटी अपनी टोटल 11 ने। नैक्सट है पार्ट 5 52 151 सिंपल याद रखना 52 151 मूँह ते बोलन ते भी तुहानू जचदा है 52 151 है ना। ये डील करता है यूनिलैवल डील करता है यूनिलैवल मतलब सेंटर लैवल ते जिन्ने भी सेंटर लैवल के काम ने जिवें जिन्ने भी सेंटर लैवल के बंदे जिवें PM हो गया है ना अपने प्रेजिडेंट हो गया अटॉर्नी जनरल हो गया पार्लीमेंट होगी लोक सभा राज्य सभा कैग हो गया अपना ये सारे प्रेजिडेंट वाइस प्रेजिडेंट ये सारे किंदे विच डील करते हैं 52 तो 151 आर्टिकल है पार्ट 5th दे विच पार्ट 5th बिलोंग करता है सेंटर लैवल मतलब यूनिलैवल इस स्टूडेंट जिन्ने भी मैं रेड किए हुए ना मतलब पूरे हाईलाइट किए हुए ये चंगी तरह आर्टिकल याद करने ने तुसी आ पार्ट दे विच इन्हां दा पार्ट बहुत जरूरी याद करना ते इहदे आर्टिकल क्वेश्चन बहुत पूछे हुंदे ने इन्हां उत्ते ते इन्हां उत्ते ही ज़्यादातर क्वेश्चन आउंदे हैं ठीक है। पार्ट 5 52 तो 151 डील विद यूनियन लैवल मतलब सेंटर लैवल के जिन्ने भी अपने बंदे हैगे ने PM हो गया अटॉर्नी जनरल प्रेजिडेंट हो गया पार्लीमेंट लोक सभा राज्य सभा सारे इस आर्टिकल के अंडर आते हैं। स्टूडेंट आपां नूं कोई दस सकदा मैनू 79 आर्टिकल किहदे नाल बिलोंग करता है क्वेश्चन है 79 जे किसी नूं पता तो जरूर दसे मैं शायद हुण वर्ड नाम विच लिया भी जे किसी ने ध्यान नाल पढ़िया तो सुनिए मेरी गल तां कमेंट करके मैंने जरूर दस्या जे आप नैक्सट करने ने दसना जरूर है स्टूडेंट जिन्हों भी पता है बहुत इंपॉर्टेंट आर्टिकल है जे नहीं पता वो भी कोई गल नहीं वैसे पता तो होना चाहिए नॉर्मल है सब ने पढ़े होने 79 आर्टिकल है 79 आर्टिकल किहदे नाल डील करता है नैक्सट है पार्ट 6 किन्ने 152 तो 237 डील किहदे नाल करदा स्टेट लैवल हम स्टेट लैवल ते आ स्टेट लैवल के जिन्ने भी हैगे ने लाइक CM हो गया ठीक है उस तो बाद की हैगा अपनी हाई कोर्ट्स होगी एडवोकेट जनरल हो गया स्टेट गवर्नर हो गया मिनिस्ट्री होगी ये सारे किहदे नाल डील करदे स्टेट लैवल ते। पार्ट 6
ਪਾਰਟ 6 ਕਿਹਦੇ ਨਾਲ ਬਿਲੋਂਗ ਕਰਦਾ 152 ਤੋਂ 237 ਆਰਟੀਕਲ ਡੀਲ ਵਿਦ ਗਵਰਨਮੈਂਟ ਐਟ ਸਟੇਟ ਲੈਵਲ। ਨਹੀਂ ਨਹੀਂ ਮੈਮ, ਪ੍ਰੈਜ਼ੀਡੈਂਟ ਨਾਲ ਨਹੀਂ ਹੈਗਾ, ਪਾਰਲੀਮੈਂਟ ਨਾਲ। ਬਿਲਕੁਲ ਜੀ ਬਿਲकुल ਸਹੀ ਹੈ ਮਨਜੋਤ ਜੀ ਐਂਡ ਐਸਏ, ਬਿਲकुल ਬਿਲकुल ਪਾਰਲੀਮੈਂਟ ਨਾਲ ਬਿਲੋਂਗ ਕਰਦਾ। ਤਾਂ ਨਾਲ ਦੀ ਨਾਲ ਆਂਸਰ ਆਣਾ ਚਾਹੀਦਾ ਸੀ, ਵੈਸੇ ਬਹੁਤ ਲੇਟ ਆਇਆ। ਬਾਕੀ ਚਲੋ ਜਿਨ੍ਹਾਂ ਦਾ ਬਹੁਤ ਵਧੀਆ, ਵੈਰੀ ਗੁੱਡ। 79 ਕਰਦਾ ਹੈ, ਪਾਰਲੀਮੈਂਟ ਨਾਲ ਡੀਲ ਕਰਦਾ। ਨੈਕਸਟ ਹੈਗਾ ਪਾर्ट 7। स्टूडेंट ये कोई इंपॉर्टेंट नहीं हैगा। पार्ट 7 की है सिंपल, कुछ नहीं याद करना। 238 हैगा आर्टिकल ओमिटेड, मतलब डील विद स्टेट। ये ना स्टेट नाल डील करता सी। की सी जो अपना भारत आजाद होया ना, जो उस तो बाद ना कुछ ना स्टेट्स ना डिवाइड कीतियां सी, कोई 3 को पार्ट दे विच, 3 के आई थिंक 4 पार्ट दे विच वंडियां सी। ਤਾਂ ਉਦੋਂ ਨਾ ਸਟੇਟ ਅਲੱਗ-ਅਲੱਗ ਤਰ੍ਹਾਂ ਦੀਆਂ ਹੈਗੀਆਂ ਸੀ। ਤਾਂ ਉਹ ਕੀ ਹੈ, ਇਹਨਾਂ ਰੂਲ ਅਮੈਂਡਮੈਂਟ ਕਰਤਾ, ਮਤਲਬ ਐਬੋਲਿਸ਼ ਹੀ ਕਰਤਾ, ਰਿਪਲੇਸ ਕਰਤਾ। ਇਹ ਜਿਹੜਾ ਆਪਣਾ ਆਰਟੀਕਲ ਹੈਗਾ, ਇਹ 7 ਅਮੈਂਡਮੈਂਟ ਹੋਈ ਸੀ। ਇੰਨਾ ਕੋਈ ਇੰਪੋਰਟੈਂਟ ਨਹੀਂ ਹੈ, ਬਸ ਇੱਕ ਜਨਰਲ ਨੌਲੇਜ ਵਾਸਤੇ ਯਾਦ ਹੋਊਗਾ। ਆਪਣੀ 7 ਅਮੈਂਡਮੈਂਟ ਹੋਈ ਸੀ ਤੇ ਕਦੋਂ ਹੋਈ ਸੀ? ਇਹ 1956 ਦੇ ਵਿੱਚ ਹੋਈ ਸੀ। ਸਟੇਟ ਨਾਲ ਡੀਲ ਕਰਦਾ, ਬਸ ਇਹਨੂੰ ਐਬੋਲਿਸ਼ ਹੀ ਕਰਤਾ ਸੀ ਉਦੋਂ। ਤੇ ਜਿੰਨੀਆਂ ਵੀ ਨਵੀਆਂ ਸਟੇਟਸ ਨੇ, ਉਸ ਤੋਂ ਬਾਅਦ ਨਵੀਂ ਸਟੇਟ ਬਣਨ ਲੱਗ ਗਈਆਂ ਸੀ, ਕਿਉਂਕਿ ਪਤਾ ਹੀ ਆਪਾਂ ਨੂੰ 1950 ਤੋਂ ਬਾਅਦ ਹੀ ਸਾਰੀਆਂ ਜਿੰਨੀਆਂ ਵੀ ਨਵੀਆਂ ਸਟੇਟਸ ਬਣੀਆਂ ਨੇ 1950 ਤੋਂ ਬਾਅਦ ਹੀ ਬਣੀਆਂ ਨੇ। ਠੀਕ ਹੈ, ਇੱਕ ਮਿੰਟ ਆਪਾਂ ਜਲਦੀ ਰਿਪੀਟ ਕਰ ਲਈਏ। ਪਾर्ट 1 ਕਿਹਦੇ ਨਾਲ ਡੀਲ ਕਰਦਾ ਹੈ? 1 ਤੋਂ 4 ਆਰਟੀਕਲ ਹੈ। ਫਾਰਮੇਸ਼ਨ ਨਿਊ ਸਟੇਟ, ਜਿੰਨੀਆਂ ਵੀ ਨਿਊ ਸਟੇਟਸ ਬੰਦੀਆਂ ਨੇ ਉਹਦੇ ਅਕੋਰਡਿੰਗ ਡੀਲ ਕਰਦੇ ਆ। ਨੈਕਸਟ ਹੈ ਪਾर्ट 2 ਦੇ ਵਿੱਚ ਹੈਗਾ 5 ਤੋਂ 11 ਆਰਟੀਕਲ ਹੈਗੇ ਆ। ठीक है, 5 ਤੋਂ 11 ਆਰਟੀਕਲ ਹੈ। ਇਹ ਡੀਲ ਕਿਹਦੇ ਨਾਲ ਕਰਦੇ ਆ? ਸਿਟੀਜ਼ਨਸ਼ਿਪ ਨਾਲ। ਐਂਡ ਨੈਕਸਟ ਹੈਗਾ ਪਾर्ट 3 ਦੇ ਵਿੱਚ ਹੈਗਾ 12 ਤੋਂ 35 ਆਰਟੀਕਲ ਹੈ, ਫੰਡਾਮੈਂਟਲ ਰਾਈਟ ਨਾਲ ਡੀਲ ਕਰਦੇ ਆ। 4th ਪਾर्ट ਆਪਣਾ 36 ਤੋਂ 51 ਡੀਪੀਐਸਪੀ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਨੈਕਸਟ ਹੈ 4th ਏ ਆਰਟੀਕਲ ਹੈ 51 ਏ, ਫੰਡਾਮੈਂਟਲ ਡਿਊਟੀ ਨਾਲ ਡੀਲ ਕਰਦੀ ਹੈ। ਟੋਟਲ ਆਪਣੀ ਡਿਊਟੀ 11 ਨੇ ਇਸ ਟਾਈਮ। ਨੈਕਸਟ ਹੈਗਾ ਪਾर्ट 5 ਹੈਗਾ 52 ਤੋਂ 151 ਡੀਲ ਵਿਦ ਯੂਨੀਅਨ ਲੈਵਲ, ਮਤਲਬ ਸੈਂਟਰ ਲੈਵਲ ਨਾਲ ਡੀਲ, ਜਿੰਨੇ ਵੀ ਪਰਸਨ ਹੈਗੇ ਨੇ। ਨੈਕਸਟ ਹੈ ਪਾर्ट 6 ਹੋ ਗਿਆ 152 ਤੋਂ 237 ਹੋ ਗਿਆ ਡੀਲ ਵਿਦ ਸਟੇਟ ਲੈਵਲ। ਸਟੇਟ ਲੈਵਲ ਤੇ ਸੀਐਮ, ਗਵਰਨਰ ਜਿੰਨੇ ਵੀ ਉਹਨਾਂ ਨਾਲ ਡੀਲ ਕਰਦੀ ਹੈ। 7th ਪਾर्ट ਆਪਾਂ ਅਬੋਲਿਸ਼ ਹੀ ਕਰਤਾ, ਉਹਨਾਂ ਨੇ ਖਤਮ ਹੀ ਕਰਤਾ। ਠੀਕ ਹੈ, ਜੋ ਕਿ ਸਟੇਟ ਲੈਵਲ ਨਾਲ ਡੀਲ ਕਰਦਾ ਸੀ। ਸਟੂਡੈਂਟ ਸਮਝ ਲੱਗ ਰਹੀ ਨਾ? ਜਲਦੀ ਬੋਲੋ, ਕਮੈਂਟ ਕਰਕੇ ਦੱਸੇ। स्टेट्स, हाँ जी मैम, पार्ट दूसरा सिटीजनशिप नाल बिलोंग करता है। कोमल मैम, सेकंड पार्ट सिटीजनशिप नाल बिलोंग करता है। नेक्स्ट है पार्ट 8। पार्ट 8 किहदे बारे गल करदा है? यूनियन टैरिटरी। यूनियन टैरिटरी जिवें आपां नूं पता ना, अपने यूटी जिवें दिल्ली हो गया है ना, चंडीगढ़ हो गया, इन्हां बारे डील करदा है। ये किहदे च हैगा? आर्टिकल 239 तो 241। बस इन्ना कोई याद कर लो। पार्ट 8वां किहदे नाल डील करदा है? यूनियन टैरिटरी ते आर्टिकल, बस होर कुछ नहीं। नैक्सट है 9th पार्ट। ये ना इहदे नाल बिलोंग करता है, एक तो पंचायती राज नाल, एक पंचायती राज नाल डील करता है, ते एक अपना डील करता है म्यूनसिपल कॉरपोरेशन हो गया। जिला अपना पंचायती राज है ना, ये लिख लो पंचायती राज, कॉपी उत्ते नोट डाउन कर लो। इहदा आर्टिकल हैगे ने पार्ट 9 नाल बिलोंग करता है। ये पार्ट 9 नाल बिलोंग करता है। इहदा आर्टिकल हैगे ने 243 तो 243 ओ। ठीक है, 243 तो 243 ओ। नैक्सट है पार्ट 9th बी। पार्ट 9th बी एक डील करता म्यूनसिपालिटी, जिहड़ी अपने शहर दे विच म्यूनसिपालिटी दी कमेटियां बनी हुंदी है। इहदा आर्टिकल कितना है? 243 पी तो लैके 243 जेड तक। एंड नैक्सट है पार्ट 9th बी, सॉरी 9th ए सी है, सॉरी स्टूडेंट्स 9th ए सी है। नैक्सट है पार्ट 9th बी। थोड़ी मिस्टेक हो गई, पहला हैगा सी पंचायती राज हैगा पार्ट 9 से सी। 9th ए दे विच म्यूनसिपालिटी, 9th बी दे विच हैगी है कोऑपरेटिव सोसाइटी जिहड़ी अपनी हुंदी है।
द कोऑपरेटिव सोसाइटियां। कोऑपरेटिव सोसाइटी इन्हां दा आर्टिकल लिख लो 243 ZH तो 243 ZT। बस बस तो इस मेन तो आही है पंचायती राज ते म्यूनसिपालिटी। वो पार्ट 9A आर्टिकल 243 तो 243 ओ, ठीक है। नेक्स्ट है पार्ट 9A की भी डील करता म्यूनसिपालिटी नाल। जी जी मैम सर 9th पार्ट रिपीट कर जी मैम। देखो पार्ट 9th हैगा, ਪਾਰਟ 9 ਦੇ ਵਿੱਚ ਨਾ ਆਪਣੇ ਨਾ ਤਿੰਨ ਤਰ੍ਹਾਂ ਦੇ ਵਿੱਚ ਅੱਗੋਂ ਵੰਡੇ ਹੋਏ ਨੇ, ਠੀਕ ਆ। ਆਪਾਂ ਜਦੋਂ ਆਪਾਂ ਕੀਤੇ ਸੀ ਨਾ ਆਪਣੇ ਕੀ ਕਹਿੰਦੇ ਸ਼ਡਿਊਲ ਕਰੇ ਸੀ, ਤੇ ਸ਼ਡਿਊਲ ਕਰੇ ਸੀ ਨਾ, ਸ਼ਡਿਊਲ ਦੇ ਵਿੱਚ ਨਾ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਤਾਂ ਆਪਾਂ ਐਂਡ ਤੇ ਜਾ ਕੇ ਕੀਤਾ ਸੀ 11ਵੀਂ ਤੇ 12ਵੀਂ ਅਮੈਂਡਮੈਂਟ ਕੀਤੀ ਸੀ ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀ ਕਮੇਟੀ, ਹਨਾ। ਜਿਹੜੀ 73 ਅਮੈਂਡਮੈਂਟ ਹੈਗੀ ਸੀ ਪੰਚਾਇਤੀ ਰਾਜ ਨਾਲ ਸੀ ਤੇ 74 ਸੀ ਉਹਦੇ ਨਾਲ ਮਿਊਨਿਸਪੈਲਿਟੀ ਨਾਲ। 73 ਸੀ पंचायती राज नाल, 74 सी म्यूनसिपालिटी नाल। ਜਿਹੜੇ 73 है ना पंचायती राज वो हैगा पार्ट 9। ਆਪਾਂ पार्ट करिए ने ना पार्ट ऑफ द इंडियन कॉन्स्टिट्यूशन। पंचायती राज डील करती पार्ट 9 नाल। आर्टिकल हैगे ने 243 तो 243 ओ। नैक्सट है पार्ट 9A ਉਹਦੇ ਵਿੱਚ ਹੀ है अजे चल रहे हो पार्ट 9A जरूर लगाना। ਉਹ ਕਿਹਦੇ ਨਾਲ ਡੀਲ ਕਰਦੀ म्यूनसिपालिटी ਜਿਹੜੀ ਆਪਣੇ ਸ਼ਹਿਰ ਚ ਕਮੇਟੀ ਹੈ ਨਾ ਉਹਦੇ ਨਾਲ ਬਿਲੋਂਗ ਕਰਦੀ। ਉਹਦੇ ਆਰਟੀਕਲ ਹੈਗੇ 243P ਤੋਂ 243Z ਤੱਕ। एंड नैक्सट है पार्ट 9B वो करता कोऑपरेटिव सोसाइटी जी होंगी। उनके आर्टिकल है 243 ZH तो लैके 243 ZT। जी जी मैम वो तो हाँ जी कोमल मैम वो तो शेड्यूल है ना 11वां 12वां। ये पार्ट है, ये अलग चीज़ है। इन्होंने पार्ट दे विच वंडिया होया काम। लग रही ना समझ? कुछ नहीं औखा हैगा, बस नॉर्मल तुसी याद ही करना, होर कुछ नहीं हैगा। पार्ट 9 डील करता पंचायती राज नाल, पार्ट 9A डील करता म्यूनसिपालिटी नाल, पार्ट 9B डील करता कोऑपरेटिव सोसाइटी नाल। बस उन्होंने आर्टिकल याद कर लो 243 243 ओ तक पंचायती है, फिर 243P तो लैके 243Z तक म्यूनसिपालिटी है, तो पार्ट B दे विच कोऑपरेटिव सोसाइटी हैगी है 243ZH तो लैके ZT। आर्टिकल तो सेम हो गया, बस OPPZ ये तुसी याद करना। फिर पार्ट याद करना 9th A ते 9th B। ठीक है स्टूडेंट्स, लग रही समझ? ये पार्ट पता लग गया तो जल्दी कमेंट करके दस दो मैनू। ठीक है नेक्स्ट आप करने पार्ट 10वां 10th पार्ट 243 तो 243 सॉरी 244 तो 244A शेड्यूल एंड ट्राइब एरिया। जिले मैं दस्या सी AM TM दस्या सी ना शेड्यूल एरिया, बस और कुछ नहीं है। SC शेड्यूल एंड ट्राइब एरिया जिले आप दस्या सिर्फ और कुछ नहीं आता इंपोर्टेंट याद करने वाला। नैक्सट है पार्ट 11 245 तो 263 रिलेटिव टू यूनियन एंड स्टेट। मतलब वही मैं तुहानू दस्या सी तीन लिस्टां दसियां सी। यूनियन हो गए मतलब सेंटर ते स्टेट दी जिन्नियां भी आपस दे विच पावर है वो वंडियां होईयां ने। वो किहदे विच डील करदियां ने 245 तो 263 पार्ट 11 तक। जे सिंपल तुहानू पुछे ना क्वेश्चन आ जाए, क्वेश्चन जो आएगा यूनियन स्टेट दी जिहड़ी पावर हैगियां ने रिलेशन है वो किहड़े पार्ट नाल बिलोंग करदी, तो हो गई 11 11 पार्ट नाल। ठीक है नैक्सट है पार्ट 12 264 तो लैके 300A तक। डिस्ट्रीब्यूशन वही आ गया डिस्ट्रीब्यूशन, फिर वही पावर दे स्टेट दे विच बिलोंग करदियां ने। इन्हां वखरे वखरे आर्टिकल हैगे ने, वो आर्टिकल दे अकॉर्डिंग ना अगे अगे उन्होंने वंडिया होया भी स्टेट दी लिस्ट दे विच किन्ना किन्ना किस बिलोंग करना है। जिवें ना इहदे विच जिला हैगा ना आपां पार्ट कर रहे 12वां, इहदे विच ना एक फाइनांस कमीशन आ जांदा जिहदा आर्टिकल हैगा 280। कई क्वेश्चन नॉर्मल हैगा, वैसे नोट डाउन कर लो कॉपी ते। फाइनांस कमीशन, फाइनांस कमीशन एंड द आर्टिकल है आर्टिकल है 280। बस आई याद करना तुसी। डील उहदे नाल ही करदा यूनियन स्टेट दे विच किन्नियां लिस्ट हैगियां ने की हैगा सारा प्रोसीजर इहदे विच हैगा। नैक्सट है आर्टिकल 13 सॉरी पार्ट 13 आर्टिकल 301 तो लैके 307 तक ट्रेड कमर्स विद
टैरिटी मतलब की है जिन्ने भी अपना व्यापार होंदा है ना, ट्रेड होंदे जिन्ने अपना आसा पासा व्यापार होंदा, वो सारा की कहते विच डील करता है। जिन्ने भी आर्टिकल हैगे ने, जिवें कोई बाहरों समान आ रहा है, कोई अंदरों समान भेजना आप बाहर, वो सारा किहदे नाल डील करता है, पार्ट 13 दे विच डील करता है। ट्रेड कमर्स, कमर्स रिलेटेड कुछ भी आवे तो तुसी पार्ट 13 आर्टिकल 301 तो 307 तक। बस नैक्सट है पार्ट 14th 14वां। हाँ जी, ये डील करता है यूपीएससी, ये तो पता ही होएगा सब नो। यूपीएससी पर पीपीएससी होगी, पब्लिक सर्विस कमीशन। पब्लिक सर्विस कमीशन पता ना, जिन्हें होने अपने 1-2 दिन पहले रिजल्ट आया पंजाब का पीपीएससी, जलालाबाद की कुड़ी फर्स्ट आई है, फर्स्ट आई गया आई थिंक ये जिले विच कुछ आई है, ਉਹਦੇ ਨਾਲ डील करता है। ठीक है, पार्ट 14 ਦੇ ਵਿੱਚ 208 ਤੋਂ 323। ਨੈਕਸਟ ਹੈਗਾ पार्ट 15 मोस्ट इंपोर्टेंट। ਇਹਦੇ ਤੁਸੀਂ ਸਟਾਰ ਲਾ ਲਓ, ਜੋ ਮਰਜ਼ੀ ਲਿਖ ਲਓ ਕਾਪੀ ਤੇ। पार्ट 15 ਨਾਲ ਬਿਲੋਂਗ ਕਰਦਾ 324 ਤੋਂ 329 ਇਲੈਕਸ਼ਨ ਕਮਿਸ਼ਨ। ਇਲੈਕਸ਼ਨ ਕਮਿਸ਼ਨ ਪਤਾ ਨਾ ਸਭ ਨੂੰ, ਜਿੰਨੇ ਵੀ ਆਪਣੇ ਸਟੇਟ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੰਨੇ ਵੀ ਇਲੈਕਸ਼ਨ ਹੁੰਦੇ, ਕੌਣ ਕਰਾਉਂਦੇ? ਇਲੈਕਸ਼ਨ ਕਮਿਸ਼ਨ ਕਰਾਉਂਦੇ ਆ। ਇਹ ਚੀਜ਼ ਧਿਆਨ ਰੱਖਣੀ ਹੈ। ਪਾर्ट 15 ਦੇ ਵਿੱਚ ਹੈ ਆਰਟੀਕਲ 324 ਤੋਂ ਲੈ ਕੇ 329 ਤੱਕ ਹੈਗੇ ਆ। 324 ਤੋਂ 329 ਇਹ ਆਰਟੀਕਲ ਬਹੁਤ ਜ਼ਰੂਰੀ ਯਾਦ ਕਰਨਾ, ਤੇ ਪਾर्ट ਵੀ ਜ਼ਰੂਰੀ ਯਾਦ ਕਰਨਾ। नहीं मैम की पूछ रहे हो तुसी? 208 या 308? नहीं जिला आर्टिकल है 280 है, आर्टिकल 280 है मैम, जे फाइनेंस कमीशन की तुसी गल कर रहे हो। तो एक मिनट क्वेश्चन पूरा बोल दो सर। 14वां यूपीएससी, हाँ जी मैम। पार्ट 14 की गल करें 208। अच्छा अच्छा मैम, नहीं नहीं मैम 200, हाँ मिस्टेक है, सॉरी सॉरी मैम। 308 है मैम, मैम नहीं ध्यान देता। 308 है, 308 तो 323 तक। ਹੁਣ ਲੱਗੀ ਸਮਝ ਮੈਮ? 308 ਤੋਂ ਲੈ ਕੇ 323 ਤੱਕ ਕਿਹਦੇ ਨਾਲ ਡੀਲ ਕਰਦਾ? यूपीएससी पब्लिक सर्विस कमीशन। जिन्ने भी इस कमीशन ਦੇ ਅੰਦਰ ਪੇਪਰ ਹੁੰਦੇ ਨੇ, ਇਹਨਾਂ ਦੇ ਨਾ ਆਰਟੀਕਲ ਹੈਗੇ ਨੇ, ਉਹ ਸਾਰੇ ਇਹਦੇ ਨਾਲ ਡੀਲ ਕਰਦੇ ਆ। जी जी ਲੱਗੀ ਸਮਝ? ਦਾ ਕਮੈਂਟ ਕਰਕੇ ਜਰੂਰ ਦੱਸੋ ਵੀ ਹਾਂਜੀ ਲੱਗੀ ਸਰ। ठीक है जी। ਨੈਕਸਟ बहुत इंपोर्टेंट है स्टूडेंट, चंगी तरह याद कर लो। पार्ट 15 324 तो 329 इलेक्शन कमीशन ਨਾਲ बिलोंग करता है। बस तुसी ये चंगी तरह याद करना है। नेक्स्ट आप करने पार्ट 16 330 तो 342 आर्टिकल 303 स्पेशल प्रोविजन ऑफ SC ST एंड एंग्लो इंडियन। अपने जिले SC ST कैटागरी है, तो एंग्लो इंडियन का पता ही सब अज के टाइम से खत्म करता। हुण एंग्लो इंडियन राष्ट्रपति अपना मतलब की नोमीनेट नहीं करता अज के टाइम से। ठीक है, ये जरूर नोट डाउन कर लेनी गल, एंग्लो इंडियन अज के टाइम से खत्म करती है। बस तुसी सिंपल ही याद करना, पार्ट 16 किहदे नाल डील करदा? SC ST नाल, स्पेशल प्रोविजन SC ST। नेक्स्ट है पार्ट 70 343 तो 351 रिलेटेड टू ऑफिशियल लैंग्वेज, मतलब कि लैंग्वेज नाल बिलोंग करते हैं। अपनी जिवें ऑफिशियल लैंग्वेज वैसे हिंदी कहते, बट कई कहते हैं हिंदी ऑफिशियल लैंग्वेज नहीं हैगी। ये भी बथेरिया दा कईयां दा हैगा, मतलब डाउटफुल ही क्वेश्चन है। मतलब बुक दे विच तां कहंदे क्वेश्चन है भी अपने नाल हिंदी अपनी मातृभाषा, पर कई नहीं मनते। बट एक ही है, तुसीं सिंपल याद करना लैंग्वेज किहदे नाल बिलोंग करती। 17वां पार्ट है आर्टिकल 343 तो 351। नैक्सट मोस्ट इंपोर्टेंट, सब नूं पता होना चाहिए, पार्ट 18 352 360 एमरजेंसी प्रोविजन। जिन्नियां भी अपनी एमरजेंसियां लगदियां ने, जे आपां कह दी आपां ने सेंटर लैवल ते लग रही है, सेंटर लैवल ते लग रही है, तो उनका आर्टिकल है 352।
जे स्टेट लैवल ते लग रही है एमरजेंसी तो उनका आर्टिकल है 356। जे फाइनैंशियल है 3 तरह की होंगी है। जे किसी स्टूडेंट नहीं पता तो जरूर नोट डाउन कर लें। 3 तरह की अपनी एमरजेंसी लगती है, एक तो सेंटर लैवल से, एक स्टेट लैवल से, एक फाइनैंशियल लैवल से। उनका आर्टिकल है 360। अज तक फाइनैंशियल अपनी एमरजेंसी कदे भी नहीं लगी। सेंटर बिलोंग तो 3 बारी लग चुकी है। स्टेट लैवल से तो फिर वक्री वक्री होगी। सब तो ज़्यादा तो पंजाब अपने पंजाब में लगी हुई है स्टेट लैवल से। हाँ जी हाँ जी मैम, प्रेजिडेंट के कोल पावर होंगी है एमरजेंसी लगाने की। बिल्कुल बिल्कुल प्रेजिडेंट को पावर होंगी, प्रेजिडेंट ही सब कुछ डील करता है। बट ये आर्टिकल याद करना है। सेंटर लैवल की होंगी है 352, स्टेट लैवल की 356 तो फाइनैंशियल 360। जो आप प्रेजिडेंट बारे पढ़ांगे ना तो उदों डिटेल में करावांगे आप। नैक्सट है पार्ट 19, 361 तो 367। कंजम्पशन विद क्रिमिनल प्रोसीडिंग बाय देयर ऑफिशियल एक्ट ऑफ प्रेजिडेंट गवर्नर। मतलब की है जो अपन पता ना अपने प्रेजिडेंट को होंगे कुछ क्रिमिनल के जो केस होंगे आप कई माफ मूफ कर देना, या गवर्नर को भी छोटी मोटी मतलब होंगी पावर होंगी है भी वो मतलब वो तो नहीं माफ कर सकता। की कहते गवर्नर वो नहीं माफ कर सकता फांसी की सजा, पर प्रेजिडेंट कर सकता। तो डील कि करते हैं बस तुम प्रेजिडेंट ते गवर्नर की जी क्रिमिनल की प्रोसीडिंग की हैगी ना ऑफिशियल, वो पार्ट 19 के बिलोंग करती है। 361 तो 367। नैक्सट आयो फिर मोस्ट इंपोर्टेंट 368। ये आर्टिकल का दिमाग च बहा लो। अमेंडमेंट जिन्नियां भी अमेंडमेंट होनी ने अपने कॉन्स्टिट्यूशन के विच वो किंदे थ्रू होनी है? आर्टिकल 368 के अंडर होनी है। एक एमरजेंसी इस दे विच एमरजेंसी वाला चंगी तरह तुसी दिमाग च बिठानी गल ते एक 368 अमेंडमेंट कॉन्स्टिट्यूशन किस दे द्वारा केले आर्टिकल द्वारा अमेंडमेंट आप कर सकते 368। हर पेपर ਦੇ ਵਿੱਚ क्वेश्चन पे 368 कोई भावें एसएससी ਦਾ ਲੈਵਲ ਸੈਂਟਰ ਲੈਵਲ ਸਟੇਟ ਦਾ ਸਭ ਦੇ ਵਿੱਚ क्वेश्चन ਪਿਆ ਹੀ ਹੁੰਦਾ 368। नेक्स्ट है 21, 369 ਤੋਂ ਲੈ ਕੇ 392 तक ਟੈਂਪਰੇਰੀ ਪਾਵਰ ਆਫ ਪਾਰਲੀਮੈਂਟ ਮੇਕ ਏ ਲਾ। मतलब ना अपने पार्लीमेंट है उन्होंने ना टैंपरेरी पावर है भी उन्होंने अपने स्टेट लिस्ट के विच भी कानून बना सकती है। मतलब जे लगे ना स्टेट के विच काम सही तरीके नाल नहीं हो रहा, जिवें पंजाब दे विच सही तरह काम नहीं हो रहा, तो दिल्ली जो पार्लीमेंट हैगी ना अपनी लोक सभा राज्य सभा वो बंदे इकट्ठे होकर ना कानून बना सकते भी ये स्टेट के विच पंजाब दे विच कानून लगाओ तुसीं उत्थे काम सही तरीके नाल नहीं हो रहे। टैंपरेरी पावर होंदी बस उनके कोल, लगा नहीं सकती वैसे बट टैंपरेरी पावर उनके कोल। तो डील करते नाल करदी 369 तो लैके 392 नाल। नैक्सट है पार्ट 22 ਦੇ ਵਿੱਚ ਹੈਗਾ 393 ਤੋਂ 395 शॉर्ट टाइटल। बस ये तुसी कुछ नहीं याद करना, बस इन्ना ही याद करना शॉर्ट टाइटल। बस कोई ज़्यादा इंपॉर्टेंट नहीं है, बस इन्ना ही तुसी याद करना शॉर्ट टाइटल। स्टूडेंट हुण आपां ना रिवीजन करने फटाफट। हाँ जी हाँ जी मैम, जो सब तो इंपॉर्टेंट मैं वही दसे ना जिले मैं हाईलाइट किए हुए ना, देखो तुम ध्यान नाल देखो। सिटीजनशिप हो गया, फंडामेंटल राइट हो गया, डायरेक्टिव प्रिंसीपल, यूनियन स्टेट, यही चंगी तरह तुम याद करने हैं। बिल्कुल बिल्कुल एग्जाम से सिर्फ यही पूछे जाएंगे। आप एक दिन ना जल्दी जल्दी क्विक रिवीजन करने हैं। पार्ट 1 ਦੇ ਵਿੱਚ ਕੀ ਹੈ आर्टिकल 1 ਤੋਂ 4 है फॉर्मेशन ऑफ ए न्यू स्टेट और अल्टरनेट नेम ऑफ एग्जिस्टिंग स्टेट। की है जिन्नियां भी नवीं स्टेट या कुछ भी बनता है वो की है आर्टिकल 1 ਤੋਂ 4 पार्ट 1 ਦੇ ਵਿੱਚ बिलोंग करता है। पार्ट 2 ਦੇ ਵਿੱਚ ਕੀ है 5 ਤੋਂ 11 सिटीजनशिप नाल डील करते हैं जिन्नियां भी सिटीजन अपना अधिकार ने। नैक्सट है पार्ट 3 है आर्टिकल 12 ਤੋਂ 35 फंडामेंटल राइट नाल बिलोंग करते हैं। फिर नैक्सट है पार्ट 4 है 36 ਤੋਂ 51 DPS भी डायरेक्टिव प्रिंसीपल नाल करते हैं। फिर 4th ए 51 ए आर्टिकल फंडामेंटल ड्यूटी नाल, ये भी इंपॉर्टेंट है वैसे। फंडामेंटल ड्यूटी भी चंगी तरह याद करनी, छड़ना नहीं है, भावें मैं इत्थे हाईलाइट नहीं किया बट फिर भी तुसी याद चंगी तरह करके जाना है, ठीक है। उस तो बाद है पार्ट 5 ਦੇ ਵਿੱਚ 52 ਤੋਂ 151 डील विद गवर्नमेंट यूनियन लैवल, मतलब सेंटर लैवल के जिन्ने भी बंदे हैं। नैक्सट है पार्ट 6 152 ਤੋਂ 237 डील विद स्टेट लैवल के जिन्ने भी है ने,
ठीक है, ਉਹਦੇ ਨਾਲ ਡੀਲ ਕਰਦੇ। ਨੈਕਸਟ ਹੈਗਾ 7th, ਇਹ ਕੀ ਹੈਗਾ ਆਪਾਂ ਐਬੋਲਿਸ਼ ਹੀ ਕਰਤੇ, ਖਤਮ ਹੀ ਕਰਤਾ, ਜਿਹੜਾ ਕਿ ਡੀਲ ਸਟੇਟ ਨਾਲ ਕਰਦਾ ਸੀ। 7ਵੀਂ ਅਮੈਂਡਮੈਂਟ ਹੋਈ ਸੀ 1956 ਦੇ ਵਿੱਚ। ਨੈਕਸਟ ਹੈਗਾ ਪਾਰਟ 8 239 ਤੇ 241 ਯੂਨੀਅਨ ਟੈਰੀਟਰੀ ਨਾਲ, ਯੂਨੀਅਨ ਟੈਰੀਟਰੀ ਯੂਟੀ ਚੰਡੀਗੜ੍ਹ ਦਿੱਲੀ ਹੋ ਗਈ, ਇਹਨਾਂ ਨਾਲ ਡੀਲ ਕਰਦਾ ਆਪਣਾ। ਠੀਕ ਹੈ, ਅੱਗੇ 9 ਪਾਰਟ 9A, ਪਾਰਟ 9A ਬਿਲੋਂਗ ਕਰਦਾ ਪੰਚਾਇਤੀ ਰਾਜ ਨਾਲ, ਆਰਟੀਕਲ 243 ਤੋਂ 243O। ਨੈਕਸਟ ਹੈ ਪਾਰਟ 9A ਮਿਊਨਿਸਪੈਲਿਟੀ ਨਾਲ ਕਰਦਾ 243P ਤੋਂ 243Z। ਨੈਕਸਟ ਹੈ ਪਾਰਟ 9B ਦਾ ਕੋਆਪਰੇਟਿਵ ਸੁਸਾਇਟੀ ਜਿਹਨੇ ਉਹਨਾਂ ਨਾਲ ਬਿਲੋਂਗ ਕਰਨਾ 243ZH ਤੋਂ ਲੈ ਕੇ 243ZT ਨਾਲ। ਠੀਕ ਹੈ ਸਟੂਡੈਂਟਸ। ਨੈਕਸਟ ਹੈਗਾ ਆਪਣਾ ਪਾਰਟ 10ਵੇਂ ਨਾਲ ਬਿਲੋਂਗ ਕਰਦਾ 244 ਤੋਂ 244A ਸ਼ਡਿਊਲ ਐਂਡ ਟ੍ਰਾਈਬ ਏਰੀਆ, ਜਿਹੜੇ ਕਿ ਈਸਟ ਦੇ ਵਿੱਚ ਆਪਣੇ ਹੈਗੇ ਆ, ਜਿਹਨੇ ਆਪਾਂ 7 ਸਿਸਟਰ ਸਟੇਟਸ ਕਹਿ ਦਿੰਦੇ, ਉਹਨਾਂ ਨਾਲ ਬਿਲੋਂਗ ਕਰਦਾ ਹੈ। ਨੈਕਸਟ ਹੈ ਪਾਰਟ 11 245 ਤੋਂ 263 ਕਿਹਦੇ ਨਾਲ ਰਿਲੇਸ਼ਨ ਬਿਟਵੀਨ ਯੂਨੀਅਨ ਐਂਡ ਸਟੇਟ ਦੇ ਵਿੱਚ ਜਿੰਨੀਆਂ ਵੀ ਰਿਲੇਸ਼ਨ ਉਹਨਾਂ ਬਾਰੇ ਡੀਲ ਕਰਦਾ ਹੈ। ਪਾਰਟ 12 ਦੇ ਵਿੱਚ 264 ਤੋਂ 308 ਡਿਸਟ੍ਰੀਬਿਊਸ਼ਨ ਪਾਵਰ ਆਫ ਏ ਰਿਵੈਨਿਊ ਯੂਨੀਅਨ, ਇਹ ਵੀ ਸਟੇਟ ਦੇ ਨਾਲ ਬਿਲੋਂਗ ਕਰਦਾ ਹੈ। ਜਿਵੇਂ ਦੱਸਿਆ ਫਾਈਨਾਂਸ ਕਮਿਸ਼ਨ ਦੇ ਅੰਡਰ ਆਉਂਦਾ 280 ਆਰਟੀਕਲ ਹੈ, ਕੁਐਸਚਨ ਦੇ ਕੁਐਸਚਨ ਫਾਈਨਾਂਸ ਕਮਿਸ਼ਨ ਦਾ ਆਰਟੀਕਲ ਦੱਸ ਦਿਓ 280। ਨੈਕਸਟ ਹੈ ਪਾਰਟ 13 301 ਤੋਂ 307 ਟ੍ਰੇਡ ਕਮਰਸ ਦੇ ਨਾਲ ਬਿਲੋਂਗ ਕਰਦੇ, ਜਿੰਨੇ ਆਪਣੇ ਵਪਾਰ ਹੁੰਦੇ ਨੇ ਸਾਰੇ ਆਰਟੀਕਲ ਇਹਦੇ ਨਾਲ ਡੀਲ ਕਰਦੇ ਨੇ। 301 ਤੋਂ 307 ਪਾਰਟ 13 ਨਾਲ ਬਿਲੋਂਗ ਹੈ। ਨੈਕਸਟ ਹੈ ਪਾਰਟ 14 308 ਤੋਂ ਲੈ ਕੇ 323 ਯੂਪੀਐਸ ਐਂਡ ਪਬਲਿਕ ਸਰਵਿਸ ਕਮਿਸ਼ਨ ਪੀਪੀਐਸਸੀ ਆਪਣੇ ਪੇਪਰ ਜਿੰਨੇ ਵੀ ਕੰਡਕਟ ਹੁੰਦੇ ਨੇ, ਕਲੈਕਟਰ ਦੇ ਡੀਸੀ ਲੱਗਣ ਵਾਸਤੇ ਜਿੰਨੇ ਪੇਪਰ ਉਹ ਯੂਪੀਐਸਸੀ ਪੀਪੀਐਸਸੀ ਕੰਡਕਟ ਕਰਦੀ ਹੈ। ਨੈਕਸਟ ਹੈ ਪਾਰਟ 15 ਹੈ 324 ਤੋਂ ਲੈ ਕੇ 329 ਇਲੈਕਸ਼ਨ ਕਮਿਸ਼ਨ ਨਾਲ ਬਿਲੋਂਗ ਕਰਦੀ। ਇਲੈਕਸ਼ਨ ਕਮਿਸ਼ਨ ਚੰਗੀ ਤਰ੍ਹਾਂ ਤੁਸੀਂ ਯਾਦ ਕਰਨਾ, ਹਾਈਲਾਈਟ ਕੀਤਾ ਹੈ ਮੈਂ। ਨੈਕਸਟ ਹੈ ਪਾਰਟ 16 330 ਤੇ 342 ਸਪੈਸ਼ਲ ਪ੍ਰੋਵੀਜ਼ਨ ਆਫ SC ST ਐਂਗਲੋ ਇੰਡੀਅਨ ਖਤਮ ਕਰ ਚੁੱਕੇ ਆ। SC ST ਕਿਹਦੇ ਨਾਲ ਬਿਲੋਂਗ ਕਰਦਾ? ਪਾਰਟ 16 ਆਰਟੀਕਲ 330 ਤੇ 342 ਹੈ। ਪਾਰਟ 17 ਕਿਹਦੇ ਨਾਲ ਬਿਲੋਂਗ ਕਰਦਾ ਹੈ? 343 ਤੋਂ 351 ਰਿਲੇਸ਼ਨ ਆਫੀਸ਼ੀਅਲ ਲੈਂਗੁਏਜ, ਇਹ ਵੀ ਥੋੜਾ ਚੰਗੇ, ਇਹ ਵੀ ਤੁਸੀਂ ਹਾਈਲਾਈਟ ਕਰ ਲਓ, ਵੈਸੇ ਇਹ ਵੀ ਇੰਪੋਰਟੈਂਟ ਹੈਗਾ। 343 ਤੋਂ 351 ਆਫੀਸ਼ੀਅਲ ਲੈਂਗੁਏਜ ਨਾਲ ਬਿਲੋਂਗ ਕਰਦਾ ਹੈ। ਨੈਕਸਟ ਆਪਣਾ ਐਮਰਜੈਂਸੀ ਪ੍ਰੋਵੀਜ਼ਨ, ਇਹ ਵੀ ਮੋਸਟ ਇੰਪੋਰਟੈਂਟ ਹੈ। ਪਾਰਟ 98 352 360 ਹੈ, ਸੈਂਟਰ ਲੈਵਲ ਦੇ ਹੈਗਾ 352 ਆਰਟੀਕਲ, ਸਟੇਟ ਲੈਵਲ ਦਾ 356 ਤੇ ਫਾਈਨੈਂਸ਼ੀਅਲ ਕੀ ਹੈਗਾ 360 ਦੇ ਵਿੱਚ ਹੈ। ਨੈਕਸਟ ਹੈਗਾ ਪਾਰਟ 19 ਹੈਗਾ 361 367 ਹੈਗਾ, ਐਗਜ਼ੈਂਪਸ਼ਨ ਵਿਦ ਕੀ ਹੈਗਾ ਪ੍ਰੈਜ਼ੀਡੈਂਟ ਤੇ ਗਵਰਨਰ ਦੀ ਜਿੰਨੀਆਂ ਵੀ ਸ਼ਕਤੀ ਮਾਫ ਮਤਲਬ ਕ੍ਰਿਮੀਨਲ ਦੇ ਕੇਸ ਦੇ ਵਿੱਚ ਆਪਾਂ ਮਾਫੀ ਕਰ ਸਕਦੇ ਹਾਂ, ਉਹਨਾਂ ਰਿਲੇਟਿਡ ਬਿਲੋਂਗ ਕਰਦੇ ਆ। ਨੈਕਸਟ ਬਹੁਤ ਇੰਪੋਰਟੈਂਟ ਹੈ ਪਾਰਟ, ਅੱਗੇ ਤੁਹਾਨੂੰ ਦੱਸਦਾ ਪਾਰਟ ਕਿੰਨਾ ਹੈ 20 ਬਿਲੋਂਗ 368 ਅਮੈਂਡਮੈਂਟ, ਜਿੰਨੀਆਂ ਵੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਨੇ ਹੋ ਕਿਸ ਆਰਟੀਕਲ ਦੇ ਥਰੂ ਕਰ ਸਕਦੇ ਆ 368 ਦੇ ਵਿੱਚ। ਨੈਕਸਟ ਹੈ ਪਾਰਟ 21 ਹੈ 369 ਤੋਂ 392 ਟੈਂਪਰੇਰੀ ਪਾਵਰ ਪਾਰਲੀਮੈਂਟ, ਜਿੰਨੀਆਂ ਵੀ ਹੈਗੀਆਂ ਪਾਰਲੀਮੈਂਟ ਆਪਣੀ ਪਾਵਰ ਉਹ ਸਟੇਟ ਦੇ ਵਿੱਚ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤਾਂ ਕੀ ਹੈ ਪਾਰਲੀਮੈਂਟ ਪਾਵਰ ਬਣਾ ਸਕਦੀ ਹੈ। ਨੈਕਸਟ ਹੈਗਾ ਨੋਰਮਲ ਪਾਰਟ 22 393 395 ਸ਼ੋਰਟਰ ਟਾਈਟਲ, 393 ਤੋਂ 395 ਸ਼ੋਰਟਰ ਟਾਈਟਲ। ਬਸ ਇੰਨਾ ਹੀ ਹਾਲ ਹੈ। ਇੱਕ ਜਲਦੀ ਆਪਾਂ ਨਾ ਰੀਡਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਹੋਰ ਘੁਮਾ ਲੈਂਦੇ ਹਾਂ, ਬਸ 2 ਮਿੰਟ ਲਗਾ ਕੇ। ਬਸ ਹੈਬੀਅਸ ਕਾਰਪਸ ਦੇ ਵਿੱਚ ਕੀ ਹੁੰਦਾ ਟੂ ਹੈਵ ਦਾ ਬੋਡੀ, ਮਤਲਬ ਕੀ ਹੈ ਮੇਰੇ ਸਾਹਮਣੇ ਬੋਡੀ ਨੂੰ ਪੇਸ਼ ਕਰੋ। ਜੇ ਤੁਹਾਨੂੰ ਲੱਗਦਾ ਤੁਹਾਨੂੰ ਪੁਲਿਸ ਨੇ ਗਲਤ ਤਰੀਕੇ ਨਾਲ ਚੱਕ ਲਿਆ, ਅਰੈਸਟ ਕਰ ਲਿਆ, ਤਾਂ ਤੁਸੀਂ ਆਪ ਦੇ ਥਰੂ ਕਿਸੇ ਬੰਦੇ ਨੂੰ ਕਹਿ ਸਕਦੇ ਹੋ ਵੀ ਹਾਂਜੀ ਕੇਸ ਲਗਾਓ, ਤੇ ਅੱਗੋਂ ਕੋਰਟ ਉਸ ਪੁਲਿਸ ਵਾਲੇ ਨੂੰ ਜਵਾਬ ਕਰੇ ਵੀ ਹਾਂ ਤੂੰ ਕਿਸ ਵਜ੍ਹਾ ਨਾਲ ਇਸ ਬੰਦੇ ਨੂੰ ਚੱਕਿਆ ਤੇ ਕੀ ਵਜ੍ਹਾ ਹੈ, ਤੇ ਤੁਹਾਨੂੰ ਲੱਗਦਾ ਗਲਤ ਗ੍ਰਿਫਤਾਰ ਕੀਤਾ ਤਾਂ ਉਸ ਪੁਲਿਸ ਵਾਲੇ ਦੇ ਖਿਲਾਫ ਆਪਾਂ ਕਾਰਵਾਈ ਕਰ ਸਕਦੇ ਹਾਂ। ਠੀਕ ਹੈ। ਨੈਕਸਟ ਹੈ ਮੈਂਡੇਮਸ ਕਮਾਂਡ, ਕਿਸੇ ਨੂੰ ਆਪਾਂ ਕਮਾਂਡ ਕਰਨੀ, ਉਹਦੇ ਵਿੱਚ ਕੀ ਹੈਗਾ ਵੀ ਕੋਈ ਮੰਨ ਲਾ ਤੁਹਾਨੂੰ ਲੱਗਦਾ ਕੋਈ ਗਵਰਨਮੈਂਟ ਸੈਕਟਰ ਹੈਗਾ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਆਪਾਂ ਕੇਸ ਲਗਾ ਸਕਦੇ ਹਾਂ ਕੋਰਟ ਦੇ ਵਿੱਚ ਵੀ ਹਾਂਜੀ ਕੋਰਟ ਅੱਗੋਂ ਉਹਨੂੰ ਕਹੀ ਵੀ ਹਾਂ ਤੂੰ ਆਪਦਾ ਕੰਮ ਸਹੀ ਦਾਇਰੇ ਦੇ ਵਿੱਚ ਰਹਿ ਕੇ ਕਰ। ਇਹਦੇ ਵਿੱਚ ਕੀ ਹੈਗਾ ਪ੍ਰਾਈਵੇਟ ਸੈਕਟਰ ਨੂੰ ਨਹੀਂ ਕਰ ਸਕਦੀ, ਸਿਰਫ ਤੇ ਸਿਰਫ ਗਵਰਨਮੈਂਟ ਸੈਕਟਰ ਨੂੰ ਕਰ ਸਕਦੀ ਹੈ। ਠੀਕ ਹੈ। ਨੈਕਸਟ ਹੈਗਾ ਕਿਊ ਵਾਰੰਟੋ ਬਾਈ ਵਟ ਅਥਾਰਟੀ, ਤੁਹਾਨੂੰ ਲੱਗਦਾ ਕੋਈ ਬੰਦਾ ਤੁਹਾਡੇ ਆਸੇ-ਪਾਸੇ ਨਜਾਇਜ਼ ਤਰੀਕੇ ਨਾਲ ਸਰਕਾਰੀ ਭਰਤੀ ਹੋ ਗਿਆ ਹਨਾ, ਆਪਾਂ ਉਹਦੇ ਕੇਸ ਲਗਾ ਸਕਦੇ ਹਾਂ ਵੀ ਹਾਂਜੀ ਇਹ ਬੰਦਾ ਇਸ ਡਿਪਾਰਟਮੈਂਟ ਦੇ ਵਿੱਚ ਗਲਤ ਤਰੀਕੇ ਨਾਲ ਹੋਇਆ ਤਾਂ ਕੀ ਹੈ ਕੋਰਟ ਉਹਦੇ ਵਿਰੁੱਧ ਕਾਰਵਾਈ ਕਰਦੀ ਹੈ, ਉਹਦੇ ਵੱਲ ਕੇਸ ਲੱਗਦਾ ਹੈ। ਨੈਕਸਟ ਹੈ ਸਰਸ਼ਰੀ ਟੂ ਬੀ ਸਰਟੀਫਾਈਡ, ਅਗਰ ਤੁਹਾਨੂੰ ਲੱਗਦਾ ਹੈ ਤੁਹਾਡਾ ਸੈਸ਼ਨ ਕੋਰਟ ਦੇ ਵਿੱਚ ਕੇਸ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਤਾਂ ਤੁਸੀਂ ਹਾਈ ਕੋਰਟ ਜਾ ਸਕਦੇ ਹੋ। ਹਾਈ ਕੋਰਟ ਕੀ ਕਹੇਗੀ ਸੈਸ਼ਨ ਕੋਰਟ ਨੂੰ ਵੀ ਹਾਂਜੀ ਜਿੰਨਾ ਵੀ ਇਸ ਕੇਸ ਰਿਲੇਟਿਡ ਰਿਕਾਰਡ ਹੈਗਾ ਉਹ ਮੈਨੂੰ ਟ੍ਰਾਂਸਫਰ ਕੀਤਾ ਜਾਵੇ ਤਾਂ ਇਹਦਾ ਕੇਸ ਹੈ ਉਹ ਮੇਰੇ ਕੋਲ ਚੱਲੇਗਾ ਤਾਂ ਕਿ ਤੁਹਾਨੂੰ ਪੂਰੀ ਸੈਟੀਸਫਾਈ ਕੀਤਾ ਜਾ ਸਕੇ। ਨੈਕਸਟ ਹੈ ਪ੍ਰੋਹਿਬਿਸ਼ਨ ਟੂ ਸਟਾਪ ਕਰਨਾ, ਵੀ ਤੁਹਾਨੂੰ ਲੱਗੇ ਵੀ ਕੋਈ ਅਧਿਕਾਰੀ ਸਰਕਾਰੀ ਬੰਦਾ ਹੈਗਾ ਹਨਾ ਔਨ ਦੇ ਏਰੀਆ ਦੇ ਵਿੱਚ ਕੰਮ ਨਹੀਂ ਆਉਂਦਾ ਬਟ ਉਹ ਗਲਤ ਤਰੀਕੇ ਨਾਲ ਆਪਣੇ ਏਰੀਆ ਦੇ ਵਿੱਚ ਕੰਮ ਕਰੇ ਤਾਂ ਆਪਾਂ ਕੇਸ ਲਗਾ ਸਕਦੇ ਹਾਂ ਵੀ ਹਾਂਜੀ ਫਿਰ ਅੱਗੋਂ ਕੋਰਟ ਉਹਨੂੰ ਕਹੇਗੀ ਵੀ ਹਾਂ ਤੂੰ ਇਸ ਏਰੀਆ ਦੇ ਵਿੱਚ ਕੰਮ ਨਹੀਂ ਕਰ ਸਕਦਾ। ਬਸ ਇੰਨੇ ਸਟੂਡੈਂਟ ਹੈ ਅੱਜ ਦੇ ਟਾਈਮ
ਉਮੀਦ ਹੈ ਮੈਨੂੰ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਗਏ ਹੋਣਗੇ, ਪਾਰਟਸ ਵੀ ਸਮਝਣ ਆ ਗਏ ਹੋਣਗੇ। ਕਲਾਸ ਵਧੀਆ ਲੱਗੀ ਹੋਈ ਤਾਂ ਸਟੂਡੈਂਟ ਕਮੈਂਟ ਕਰਕੇ ਜ਼ਰੂਰ ਦੱਸੇ। ਥੈਂਕ ਯੂ ਸੋ ਮਚ ਸਟੂਡੈਂਟਸ।